प्रोग्राम खास गलबात लैके मैं थोड़ा मेज़बान दोस्त कमलजीत सिंह सिद्धू हाज़र हाँ। दोस्तों सब तो पहला प्रवान करो मेरे वन्यों सत श्री अकाल। दोस्तों रखड़ी का त्यौहार जिहड़ा कि आ रहा है कि उस बारे ही आपां गल करनी है। अज रखड़ी दा पिछोकड़ की सीगा, किस तरीके जिहड़ी है वो पंजाब दे विच मनाई जांदी हैगी आ। ते जे मैं गल कहाँ कि इत्थे एक ये भी मुद्दा हैगा कि सिख धर्म दे विच जिहड़े रखड़ी का त्यौहार है वो प्रवानत नहीं, फिर भी बहुत सारे जिहड़े साडा सिख भाईचारा हैगा जदों भी रखड़ी का त्यौहार आउंदा है, चाहे लोहड़ी का त्यौहार भी आउंदा हैगा, फिर भी साडे जिहड़े लोक हैगे उहनूं मनाउंदे हैगे आ। इसे संदर्भ दे विच अज असीं गल करांगे। अज दी माणयोग शख्सियत साडे मेहमान ने प्रिंसीपल कुलवंत सिंह अणखी जिहड़े कि चिंतक भी ने ते इन्हां मुद्दिआं दे उत्ते अक्सर साडे नाल गलबात करदे रहिंदे ने। ते सब तो पहलां उहनां नाल फतेह दी सांझ पाउने आ। सब तो पहलां स्वागत करदे होए सत श्री अकाल अणखी साहब। सत श्री अकाल जी। वाहिगुरू जी का खालसा वाहिगुरू जी की फतेह। स्वागत है साडे प्रोग्राम दे विच। धन्नवाद जी। अज असीं जे गल करिए कि रखड़ी एक अजिहा त्यौहार है, वैसे तो बहुत लंबे अरसे तो मनाया जा रहा हैगा, फिर भी जदों असीं सिख धर्म के हवाले नाल गल करते हैगे आ ते त्यौहार कहिंदे कि ये त्यौहार सिखां दा त्यौहार नहीं हैगा। पहलां तां यही मुद्दा क्योंकि मेन हैगा, इत्थों ही आपां गल शुरू कर लईए तां ज़्यादा बेहतर है। ते इहदे पिछोकड़ दे नाल तुसीं दस्सो कि कित्थों शुरू होया सी और सिख क्यों ना मनाउण इहनूं त्यौहार नूं। सिद्धू साहब एक बहुत ही महत्वपूर्ण जी विषय नूं तुसीं छुया वा। हर एक इंसान की जिंदगी के कई पक्ष हुंदे आ, जी जी जिस विच उहदा निजी पक्ष हुंदा, समाजिक पक्ष हुंदा, आर्थिक पक्ष हुंदा ते धार्मिक पक्ष हुंदा वा। जी ਆਪਾਂ ਕਿਸੇ ਵੀ ਪੱਖ ਨੂੰ ਦੂਜਿਆਂ ਪੱਖਾਂ 'ਤੇ ਜਿਹੜਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ। जी जी ਸਾਰੇ ਪੱਖ ਜੇ ਇੱਕ ਦੂਜੇ ਨਾਲ ਸੰਤੁਲਨ ਵਿੱਚ ਰਹਿਣ ਤੇ ਫਿਰ ਜਿਹੜੀ ਜ਼ਿੰਦਗੀ ਹੈ ਸਾਵੀਂ ਪੱਧਰੀ ਚੱਲਦੀ ਆ जी जी ਤੇ ਉਸ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਜਾਂ ਵਿਗਾੜ ਨਹੀਂ ਆਉਂਦਾ। जी जी ਹੁਣ ਰੱਖੜੀ ਜਿਹੜੀ ਗਾ ਤਿਉਹਾਰ ਤੁਸੀਂ ਸ਼ੁਰੂ ਕੀਤਾ, ਜਿਹੜਾ ਕਿ ਕੱਲ੍ਹ ਸਾਡਾ ਸਾਰਾ ਸਮਾਜ जी ਇਰਰਿਸਪੈਕਟਿਵ ਆਫ ਐਨੀ ਕਾਸਟ ਰਿਲੀਜਨ, जी ਬਿਨਾਂ ਕਿਸੇ ਜਾਤ ਪਾਤ ਧਰਮ ਖੇਤਰ ਦੇ ਜੀ। ਸਾਰੇ ਪੰਜਾਬੀਆਂ ਨੇ ਬੜੇ ਉਤਸ਼ਾਹ ਨਾਲ ਬੜੇ ਪਿਆਰ ਨਾਲ ਇਹ ਰੱਖੜੀ ਕਈਆਂ ਸਦੀਆਂ ਤੋਂ ਮਨਾਉਂਦੇ ਆ ਰਹੇ ਆ ਜੀ ਤੇ ਇਸੇ ਤਰ੍ਹਾਂ ਕੱਲ੍ਹ ਵੀ ਜਿਹੜੀ ਆ ਇਹ ਮਨਾਉਣੀ ਆ। ਤੇ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਸਾਰਿਆਂ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰਵੇ, जी ਖੁਸ਼ਹਾਲੀ ਰਵੇ ਜੀ। ਤੇ ਸਾਰੇ ਭੈਣ ਭਰਾ ਬੜੇ ਪਿਆਰ ਨਾਲ ਤੇ ਬੜੇ ਮੋਹ ਨਾਲ ਜਿਸ ਤਰ੍ਹਾਂ ਅੱਗੇ ਰੱਖੜੀ ਮਨਾਉਂਦੇ ਆ ਇਸੇ ਤਰ੍ਹਾਂ ਮਨਾਉਣ। जी बिल्कुल ਹੁਣ ਜੇ ਆਪਾਂ ਰੱਖੜੀ ਦੇ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਔਰਤ ਅਬਲਾ ਨਾਰੀ ਸੀ। जी ਉਹ ਆਪਣੀ ਸਵੈ ਰੱਖਿਆ ਕਰਨ ਦੇ ਸਮਰੱਥ ਨਹੀਂ ਸੀ, ਜਾਂ ਉਹਦੇ ਪਤੀ ਵਿਆਹ ਤੋਂ ਬਾਅਦ ਜਾਂ ਸਹੁਰਾ ਪਰਿਵਾਰ ਜਾਂ ਉਹਦਾ ਪਰਿਵਾਰ ਉਹਦੀ ਰੱਖਿਆ ਦਾ ਜ਼ਿੰਮੇਵਾਰ ਹੁੰਦਾ ਸੀ। जी ਤੇ ਵਿਆਹ ਤੋਂ ਪਹਿਲਾਂ ਉਹਦਾ ਬਾਪ, ਉਹਦੇ ਭੈਣ ਭਰਾ ਤਾਏ ਚਾਚੇ ਵਗੈਰਾ ਜਿਹੜੇ ਸੀ जी ਉਹਦੀ ਇੱਜ਼ਤ ਦੀ ਰਾਖੀ, ਉਹਦੀ ਸਰੀਰਕ ਜਾਨ ਮਾਲ ਦੀ ਰਾਖੀ ਦੇ ਉਹ ਜ਼ਿੰਮੇਵਾਰ ਹੁੰਦੇ ਸੀ। जी जी ਇਤਿਹਾਸ ਵਿੱਚ ਇੱਕ ਥਾਂ ਤੇ ਆਉਂਦਾ ਵਾ ਵੀ ਜਦੋਂ ਪੁਰਾਣੇ ਸਮੇਂ 'ਚ ਯੁੱਧ ਹੁੰਦੇ ਸੀ ਨਾ जी ਤੇ ਕਿਸੇ ਵੇਲੇ ਇਹੋ ਜਿਹੀ ਹਾਲਤ ਆ ਜਾਂਦੀ ਸੀ ਕਿ ਇੱਕ ਧਿਰ ਜਿਹੜੀ ਸੀ ਉਹ ਮਾੜੀ ਹੁੰਦੀ ਸੀ। जी बिल्कुल ਮੈਂ ਇੱਕ ਥਾਂ ਤੇ ਪੜ੍ਹਿਆ ਸੀ ਵੀ ਅਕਬਰ ਦੇ ਰਾਜ ਵਿੱਚ जी ਉਹਦਾ ਜਦੋਂ ਯੁੱਧ ਹੋ ਰਿਹਾ ਸੀ ਆਪਣੇ ਰਾਜਪੂਤਾਂ ਨਾਲ, जी ਤੇ ਇੱਕ ਰਾਜਪੂਤ ਰਾਣੀ ਨੇ ਜਦੋਂ ਵੇਖਿਆ ਕਿ ਮੇਰੀ ਜਿਹੜੀਆਂ ਫੌਜਾਂ ਵਾ ਉਹ ਇਸ ਚੀਜ਼ ਦੇ ਸਮਰੱਥ ਨਹੀਂ ਹੈਗੀਆਂ ਵੀ ਅਕਬਰ ਦੀਆਂ ਫੌਜਾਂ ਦਾ ਮੁਕਾਬਲਾ ਕਰ ਸਕਣ, जी ਤਾਂ ਉਸ ਰਾਣੀ ਨੇ ਇੱਕ ਬੜੀ ਵਧੀਆ ਤਰਕੀਬ ਸੋਚੀ। जी ਉਸ ਨੇ ਆਪਣੇ ਏਲਚੀ ਦੇ ਹੱਥ ਅਕਬਰ ਨੂੰ ਰੱਖੜੀ ਭੇਜੀ। जी ਵੇਖੋ ਉਹਨਾਂ ਸਮਿਆਂ ਦੇ ਵਿੱਚ ਤਾਂ ਸਦਾਚਾਰ ਕੀਮਤਾਂ ਦੀ ਬੜੀ ਅਹਿਮੀਅਤ ਹੁੰਦੀ अहमियत ਸੀ, होती सी बिल्कुल ਬਹੁਤ ਅਹਿਮੀਅਤ ਸੀ। कोई शक ਅਕਬਰ ਨੇ जी ਉਸ ਰਾਣੀ ਤੇ ਜਿਹੜਾ ਹਮਲਾ ਕਰਨ ਦਾ ਵਿਚਾਰ ਸੀ ਬਿਲਕੁਲ ਤਿਆਗ ਦਿੱਤਾ त्याग देता है। ਤੇ ਸਗੋਂ ਆਪਣੀਆਂ ਫੌਜਾਂ ਭੇਜੀਆਂ जी ਵੀ ਜਾ ਕੇ ਉਹਦੀ ਜਾਨ ਮਾਲ ਦੀ ਰਾਖੀ ਦੇ ਹੁਣ ਜ਼ਿੰਮੇਵਾਰ ਮੈਂ ਬਣ ਗਿਆ ਵਾਂ, जी जी ਤੁਸੀਂ ਉਹਦੀ ਰਾਖੀ ਕਰਨੀ ਆ। जी ਇਹ ਇੱਕ ਉਦਾਹਰਨ ਆ जी ਜਿਸ ਤੋਂ ਆਪਾਂ ਕਈ ਸਿੱਟੇ ਕੱਢ ਸਕਦੇ ਹਾਂ। जी बिल्कुल ਤੇ ਇਸ ਕਰਕੇ ਇਹ ਫਿਰ ਜਿਹੜਾ ਤਿਉਹਾਰ ਸੀ ਉਹਦੇ ਵਾਸਤੇ ਇੱਕ ਦਿਨ ਨਿਸ਼ਚਿਤ ਕਰ ਲਿਆ ਗਿਆ। जी ਉਸ ਸਮੇਂ ਦੇ ਵਿੱਚ ਜਿਹੜੇ ਸਾਡੇ ਸਮਾਜ ਸ਼ਾਸਤਰੀ ਸੀ ਨਾ, ਉਹ ਦਿਨ ਨਿਸ਼ਚਿਤ ਕਰਨ ਲੱਗਿਆਂ ਬੜੀਆਂ ਗੱਲਾਂ ਧਿਆਨ 'ਚ ਰੱਖਦੇ ਸੀ, ਖਾਸ ਤੌਰ 'ਤੇ ਮੌਸਮ, जी ਵੀ ਇਹੋ ਜਿਹੇ ਮੌਸਮ 'ਚ ਇਹ ਤਿਉਹਾਰ ਮਨਾਏ ਜਾਣ जी जी ਜਿਸ ਵਿੱਚ ਨਾ ਬਹੁਤੀ ਠੰਡ ਹੋਵੇ, ਨਾ ਬਹੁਤੀ ਗਰਮੀ ਹੋਵੇ, ਜੀ। ਨਾ ਬਹੁਤਾ ਹੁਸੜ ਹੋਵੇ, ਕਿਉਂਕਿ ਉਹਨਾਂ ਦਿਨਾਂ 'ਚ ਕੋਈ ਇਹੋ ਜਿਹੇ ਸਾਧਨ ਧਿਆਨ ਨਹੀਂ ਸੀ, ਪੱਖੇ ਵਗੈਰਾ ਜਾਂ ਏਸੀ ਜੋ ਅੱਜ ਕੱਲ੍ਹ ਸਾਡੇ ਕੋਲ ਸਾਧਨ ਪ੍ਰਾਪਤ ਹੈਗੇ ਆ, ਉਹਨਾਂ ਦਿਨਾਂ 'ਚ ਨਹੀਂ ਸੀ ਉਹਨਾਂ ਦਿਨਾਂ 'ਚ ਹੁੰਦੇ, ਨਹੀਂ ਸੀ। ਨਹੀਂ ਸੀ ਹੁੰਦੇ। ਹਾਂਜੀ, ਹਾਂਜੀ।
ਤੇ ਇਸ ਕਰਕੇ ਇਹ ਜੇਠ ਹਾੜ ਦੀ ਤਪਦੀਆਂ ਲੂਆਂ ਤੋਂ ਬਾਅਦ ਜਦੋਂ ਸਾਉਣ ਦੇ ਸ਼ਰਾਟੇ ਆਉਂਦੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਇਹ ਰੱਖੜੀ ਦਾ ਤਿਉਹਾਰ ਜਿਹੜਾ ਸੀ ਰੱਖਿਆ ਸੀ। ਇਹ ਹਰ ਸਾਲ ਇਹ ਸਾਉਣ ਮਹੀਨੇ ਦੀ ਇਹ ਸੁਦੀ 15 ਨੂੰ ਜੀ, ਜਿਹੜੀ ਕਿ ਆਮ ਤੌਰ ਤੇ ਪੁੰਨਿਆ ਵਾਲਾ ਦਿਨ ਹੁੰਦਾ ਵਾ, ਉਸ ਦਿਨ ਇਹ ਰੱਖੜੀ ਮਨਾਈ ਜਾਂਦੀ ਆ। ਤੇ ਇਸੇ ਦਿਨ ਹੀ ਆਪਣਾ ਸਿੱਖ ਧਰਮ ਦਾ ਬੜਾ ਵੱਡਾ ਸਥਾਨ ਆ ਸ਼੍ਰੀ ਬਾਬਾ ਬਕਾਲਾ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਕਾਫੀ ਲੰਮਾ ਸਮਾਂ ਅਰਸਾ ਉੱਥੇ ਆਪਣਾ ਟਿਕਾਣਾ ਰੱਖਿਆ ਸੀ, ਭਗਤੀ ਕੀਤੀ ਸੀ ਤੇ ਉੱਥੇ ਹੀ ਉਹ ਗੁਰੂ ਪ੍ਰਗਟ ਹੋਏ ਸੀ। ਮੱਖਣ ਸ਼ਾਹ ਲਬਾਣੇ ਨੇ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਿਕਲੇਅਰ ਕੀਤਾ ਸੀ ਵੀ ਇਹ ਸਾਡੇ ਨਾਵੇਂ ਗੁਰੂ ਆ, ਕਿਉਂਕਿ 8ਵੇਂ ਗੁਰੂ ਤੋਂ ਬਾਅਦ ਭੰਬਲ ਭੂਸਾ ਪੈ ਗਿਆ ਸੀ। ਉੱਥੇ ਵੀ ਸਿੱਖ ਕੌਮ ਜਿਹੜੀ ਆ, ਸਾਰੀਆਂ ਪਾਰਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਪ੍ਰਬੰਧ ਕਰਦੀ ਆ। ਮਤਲਬ ਰੱਖੜ ਪੁੰਨਿਆ ਦਾ ਮੇਲਾ ਬੜੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਉਹ ਇਲਾਕਾ ਤੇ ਸਾਰਾ ਹੀ ਉੱਥੇ ਹੁਮਮ ਕੇ ਪੁੱਜਦਾ ਵਾ ਤੇ ਇਸ ਮੇਲੇ ਦੇ ਵਿੱਚ ਉਹ ਸ਼ਾਮਲ ਹੋ ਕੇ ਤੇ ਗੁਰੂ ਦੀਆਂ ਸੀਸਾਂ ਵੀ ਪ੍ਰਾਪਤ ਕਰਦਾ ਵਾ ਤੇ ਨਾਲ ਆਪਣੀ ਜਿਹੜੀ ਆ ਇਹ ਰੱਖੜੀ ਦਾ ਤਿਉਹਾਰ ਜਿਹੜਾ ਵਾ ਇਹ ਮਨਾਇਆ ਜਾਂਦਾ ਵਾ ਜੀ। ਅੱਛਾ, ਇੱਥੇ ਅਣਖ ਸਾਹਿਬ ਤੁਸੀਂ ਇਹ ਗੱਲ ਦੱਸੀ ਵੀ ਅਕਬਰ ਦੇ ਰਾਜਕਾਲ ਦੇ ਵਿੱਚ ਇੱਕ ਰਾਣੀ ਨੇ ਜਿਹੜਾ ਸੀਗਾ ਉਹਨੂੰ ਭੇਜਿਆ। ਇੱਕ ਇਹਦਾ ਪਿਛੋਕੜ ਹੋਰ ਵੀ ਹੈਗਾ ਵੀ ਜਦੋਂ ਦ੍ਰੋਪਦੀ ਨੇ ਸ਼੍ਰੀ ਕ੍ਰਿਸ਼ਨ ਨੂੰ ਵੀ ਰੱਖੜੀ ਜਿਹੜੀ ਉਹ ਬੰਨੀ ਤੇ ਬਾਅਦ ਵਿੱਚ ਜਦੋਂ ਕੌਰਵਾਂ ਪਾਂਡਵਾਂ ਦੀ ਸਭਾ ਦੇ ਵਿੱਚ ਉਹਦਾ ਚੀਰਹਰਨ ਹੋਇਆ, ਉਹਦੀ ਬੇਪੱਤੀ ਕੀਤੀ ਗਈ ਤੇ ਉਸ ਸਮੇਂ ਕਿ ਸ਼੍ਰੀ ਕ੍ਰਿਸ਼ਨ ਜਿਹੜਾ ਸੀ ਉਹ ਰੱਖੜੀ ਦੀ ਜਿਹੜੀ ਉਹ ਇੱਕ ਪ੍ਰਤੀਕ ਸੀਗਾ, ਉਹ ਜਿਹੜਾ ਉਹਦੇ ਨਾਲ ਇੱਕ ਵਾਅਦਾ ਸੀਗਾ ਉਹਨਾਂ ਨੇ ਨਿਭਾਇਆ ਉਸ ਜਗ੍ਹਾ ਦੇ ਉੱਤੇ ਆ ਕੇ ਤੇ ਉਹਦੀ ਜਿਹੜੀ ਮਦਦ ਕੀਤੀ ਹੈਗੀ ਆ। ਫਿਰ ਜੈਨ ਧਰਮ ਦੇ ਨਾਲ ਵੀ ਅਸੀਂ ਇਹਦੇ ਜਿਹੜਾ ਪਿਛੋਕੜ ਆ ਉਹ ਦੇਖਦੇ ਹੈਗੇ ਆ। ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹੈਗੇ ਆ, ਪੰਜਾਬ ਦੇ ਵਿੱਚ ਕੀ ਸਾਉਣ ਔਰ ਭਾਦੋ ਦੇ ਮਹੀਨੇ ਵਿੱਚ ਵੀ ਤੁਸੀਂ ਦੱਸਿਆ ਹੈਗਾ ਆ ਕਿ ਇਹ ਦਿਨ ਜਿਹੜੇ ਆ ਬੜੇ ਖੁੱਲ੍ਹੇ ਜਿਹੇ ਔਰ ਠੰਡੇ ਮਿੱਠੇ ਜਿਹੇ ਆ ਜਾਂਦੇ ਆ ਤੇ ਇਹਨਾਂ ਦਿਨਾਂ ਨੂੰ ਖਾਸ ਤੌਰ ਦੇ ਉੱਤੇ ਮਤਲਬ ਪੱਖ ਨੂੰ ਵੇਖ ਕੇ ਰੱਖਿਆ ਜਾਂ ਕਿਸ ਤਰੀਕੇ ਸਾਡੇ ਵਿੱਚ ਇਹਦੀ ਆਮਦ ਹੋਈ, ਕਿਉਂਕਿ ਬਾਕੀ ਹਿੰਦੁਸਤਾਨ ਦੇ ਵਿੱਚ ਤਾਂ ਰੱਖੜੀ ਮਨਾਈ ਜਾਂਦੀ ਸੀ। ਹਾਂਜੀ, ਪੰਜਾਬ ਦੇ ਵਿੱਚ ਕਿਹੜੀ ਸਦੀ ਤੋਂ ਮਤਲਬ ਸ਼ੁਰੂਆਤ ਹੋਈ, ਕੁਛ ਇਸ ਬਾਰੇ ਦੱਸਣਾ ਚਾਹੋਗੇ? ਵੇਖੋ ਨਾ, ਇਹ ਹੁਣ ਜਿੱਦਾਂ ਅਕਬਰ ਦੀ ਆਪਾਂ ਗੱਲ ਕੀਤੀ ਆ, ਜੀ ਜੀ, ਅਕਬਰ ਸਾਰੇ ਹਿੰਦੁਸਤਾਨ ਦਾ ਰਾਜਾ ਸੀ, ਜਿਸ 'ਚ ਪੰਜਾਬ ਵੀ ਸ਼ਾਮਲ ਸੀ। ਹਾਂਜੀ, ਜੀ, ਇਹ ਅਸਲ ਵਿੱਚ ਹੈਗਾ ਵਾ ਹਿੰਦੂ ਰਿਵਾਜ, ਜੀ, ਹਿੰਦੂ ਰੀਤੀ ਆ। ਹਾਂਜੀ, ਹਿੰਦੂ ਤਿਉਹਾਰ ਹੈ। ਤੇ ਰੱਖੜੀ ਜਿਹੜੀ ਆ ਇਹਦਾ ਜੇ ਆਪਾਂ ਸ਼ਾਬਦਿਕ ਅਰਥ ਵਾਲੇ ਪਾਸੇ ਜਾਈਏ ਜੀ, ਤੇ ਇਹਦਾ ਮਤਲਬ ਹੈਗਾ ਰੱਖਿਆ ਦੀ ਡੋਰੀ। ਰੱਖਿਆ ਦੀ ਡੋਰੀ, ਬਿਲਕੁਲ। ਹਾਂਜੀ, ਰੱਖਿਆ ਤੋਂ ਸਿੰਪਲ ਛੋਟਾ ਸ਼ਬਦ ਹੋ ਗਿਆ ਰਾਖੀ, ਜੀ, ਤੇ ਡੋਰੀ ਨੂੰ ਆਪਾਂ ਕੜੀ ਵੀ ਕਹਿ ਸਕਦੇ ਆ। ਰਾਖੀ ਦੀ ਕੜੀ ਭਾਵ ਰੱਖੜੀ ਜਿਹੜੀ ਸੀ ਇਹ ਸਾਡੇ ਸਦੀਆਂ ਤੋਂ ਹੀ ਇਹ ਜਿਸ ਵੇਲੇ ਹਿੰਦੂ ਮਤ ਜਿਹੜਾ ਸੀ ਉਹਦਾ ਸਨਾਤਨ ਧਰਮ ਦਾ ਜਿਸ ਵੇਲੇ ਚੱਲ ਰਿਹਾ ਸੀ ਆਪਣਾ ਪੂਰਾ ਇਹ ਸਮਝ ਲਓ ਪ੍ਰਚਾਰ, ਉਸ ਵੇਲੇ ਤੋਂ ਹੀ ਇਹ ਤਿਉਹਾਰ। ਤੇ ਜੇ ਮੈਂ ਨਾ ਹੋਰ ਪਿਛੋਕੜ ਜਾਈਏ, ਜਦੋਂ ਸਾਡੀ ਸੱਭਿਅਤਾ ਪ੍ਰਫੁੱਲਤ ਹੋ ਗਈ, ਜੀ, ਜਦੋਂ ਸਾਡੇ ਰਿਸ਼ਤੇ ਜਿਹੜੇ ਸੀ ਇਹਨਾਂ ਦੀ ਪਕਿਆਈ ਆ ਗਈ, ਭੈਣ ਭਰਾ ਦਾ ਰਿਸ਼ਤਾ ਜਿਹੜਾ ਸੀ ਬੜਾ ਪਵਿੱਤਰ ਰਿਸ਼ਤਾ ਸੀ। ਜੀ, ਜਿਸ ਤਰ੍ਹਾਂ ਪਿਓ ਧੀ ਦਾ ਰਿਸ਼ਤਾ ਪਵਿੱਤਰ ਆ, ਇਸੇ ਤਰ੍ਹਾਂ ਭੈਣ ਭਰਾ ਦਾ ਰਿਸ਼ਤਾ ਪਵਿੱਤਰ ਸੀ। ਤੇ ਜਦੋਂ ਹੀ ਮਨੁੱਖ ਨੇ ਸਮਝਿਆ, ਜਦੋਂ ਉਹਦੇ ਵਿੱਚ ਇਸ ਚੀਜ਼ ਦਾ ਇਹ ਪੂਰਾ ਗਿਆਨ ਆ ਗਿਆ ਕਿ ਹੁਣ ਮੈਂ ਆਪਣੀ ਭੈਣ ਦੀ ਰਾਖੀ ਕਰਨੀ ਆ, ਤੇ ਇਹ ਆਪਾਂ ਸਮਝ ਸਕਦੇ ਆ ਵੀ ਪਹਿਲਾਂ ਇਹ ਇੱਕ ਮਨ 'ਚ ਭਾਵਨਾ ਸੀ ਜਿਹੜੀ ਕਿ ਬਾਅਦ ਵਿੱਚ ਤਿਉਹਾਰ ਦਾ ਰੂਪ ਧਾਰਨ ਕਰ ਗਈ ਤੇ ਜਿਸ ਵਿੱਚ ਕੁਝ ਰਸਮਾਂ ਸ਼ਾਮਲ ਹੋ ਗਈਆਂ। ਤੇ ਫਿਰ ਜਿਹੜੀ ਰੱਖੜੀ ਸੀ ਉਹਦੇ ਵੱਖ-ਵੱਖ ਰੂਪ ਸਾਡੇ ਸਾਹਮਣੇ ਆਏ। ਜਦੋਂ ਆਪਾਂ ਛੋਟੇ ਹੁੰਦੇ ਸਾਂ ਵੇਖਦੇ ਰਹੇ ਸਾਂ ਕਿ ਉਦੋਂ ਪਸ਼ਮ ਦੀਆਂ ਰੱਖੜੀਆਂ, ਪਸ਼ਮ ਕਹਿੰਦੇ ਉਹਨਾਂ ਨੂੰ, ਹਾਂਜੀ, ਉਹਨਾਂ ਦੀਆਂ ਰੰਗ ਬਰੰਗੀਆਂ ਜਿਹੜੀਆਂ ਇਹ ਲਾਲ, ਹਰੀਆਂ, ਨੀਲੀਆਂ, ਚਿੱਟੀਆਂ ਭੈਣਾਂ ਨੇ ਰੱਖੜੀਆਂ ਆਪ ਤਿਆਰ ਕਰਨੀਆਂ। ਇੱਕ ਅੱਛਾ ਮੌਲੀ ਨੂੰ ਜਿਹੜੀ ਹੁੰਦੀ ਮੌਲੀ ਬੰਨ੍ਹਦੇ ਸੀ, ਮੌਲੀ ਦੇ ਉੱਤੇ ਜਿਹੜਾ ਰੂਮ ਸੀਗਾ ਉਹਨੂੰ ਵੀ ਰੰਗ ਬਰੰਗੇ ਜਿਹੇ, ਉਹਨੂੰ ਰੰਗ ਬਰੰਗੇ ਰੂਪ ਦੇ ਕੇ ਤੇ ਭੈਣ ਉਹਦੇ ਵਿੱਚ ਆਪਣੀ ਜਿਹੜਾ ਸ਼ਰਧਾ ਸੀ ਨਾ, ਪਿਆਰ, ਮੋਹ, ਮਮਤਾ ਆਪਣੇ ਭਰਾਵਾਂ ਦੀ ਅਸੀਸ ਮੰਗਦੀਆਂ ਸੀ, ਉਹ ਵੀ ਸੁੱਖ ਮੰਗਦੀਆਂ ਸੀ ਵੀ ਜਿਸ ਭਰਾ ਨੇ ਮੇਰੀ ਰਾਖੀ ਕਰਨੀ ਆ ਉਹ ਭਰਾ ਵੀ ਜ਼ਿੰਦਗੀ 'ਚ ਸੁਖੀ ਰਵੇ, ਉਹਦਾ ਪਰਿਵਾਰ ਖੁਸ਼ਹਾਲ ਰਵੇ ਤੇ ਤਾਂ ਕਿ ਸਾਡੇ ਭੈਣਾਂ ਭਰਾਵਾਂ ਦਾ ਰਿਸ਼ਤਾ ਜਿਹੜਾ ਵਾ ਉਹ ਇਸੇ ਤਰ੍ਹਾਂ ਹੀ ਇਹ ਕਾਇਮ ਰਵੇ। ਤੇ ਕਿੰਨਾ ਚਿਰ ਪਹਿਲਾਂ ਹੀ ਭੈਣਾਂ ਤਿਆਰੀ ਕਰਨੀ ਸ਼ੁਰੂ ਕਰਦੀਆਂ ਸੀ ਵੀ ਹੁਣ ਇਹ ਸਾਉਣ ਦੇ ਮਹੀਨੇ ਦੀ ਪੁੰਨਿਆ ਵਾਲੇ ਦਿਨ ਰੱਖੜੀ ਆਉਣੀ ਆ, ਬੜਾ ਚਾਅ ਸੀ ਤੇ ਬੜਾ ਚਾਅ ਸੀ। ਤੇ ਉਹ ਸਾਰੇ ਕੰਮ ਛੱਡ ਕੇ ਸੋਹਣੇ ਸੋਹਣੇ ਇਹ ਪਸ਼ਮ ਲੈ ਕੇ, ਮੌਲੀਆਂ ਲੈ ਕੇ ਜਾਂ ਰੰਗ ਬਰੰਗੇ ਧਾਗੇ ਲੈ ਕੇ, ਚੀਜ਼ਾਂ ਲੈ ਕੇ ਤੇ ਆਪਣੇ ਭਰਾ ਵਾਸਤੇ ਉਹ ਰੱਖੜੀ ਜਿਹੜੀ ਸੀ ਬਣਾਉਂਦੀ ਸੀ। ਤੇ ਭਰਾ ਵੀ ਜਿਹੜਾ ਸੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਸਾਦਾ ਪੁੱਜਦਾ ਸੀ, ਸਿਰ ਤੇ ਹੱਥ ਤੇ ਰੱਖਦਾ ਸੀ, ਪ੍ਰਤਿਗਿਆ ਉਹਨੂੰ ਦਿੰਦਾ ਸੀ ਆਪਣਾ ਵਾਅਦਾ ਕਿ ਭੈਣ ਤੂੰ ਫਿਕਰ ਨਾ ਕਰ, ਜ਼ਿੰਦਗੀ ਦੇ ਸਿਰ ਉੱਚਾ ਚੱਕ ਕੇ ਜੀ ਹੈ, ਤੈਨੂੰ ਕਦੀ ਜ਼ਿੰਦਗੀ 'ਚ ਮੁਸ਼ਕਲ ਨਹੀਂ ਆਉਣ ਦਊਂਗਾ। ਇਹ ਤਾਂ ਵਾਅਦਾ ਮਨ 'ਚ ਹੈਗਾ ਹੀ ਹੈਗਾ ਸੀ। ਨਾਲ ਆਪਣਾ ਤਿਲ ਫੁੱਲ ਜੋ ਸਮਰੱਥਾ ਸੀ ਉਹਦੇ ਨਾਲ ਆਈ ਭੈਣ ਨੂੰ
ਜੀ। ਇੱਜ਼ਤ ਨਾਲ ਤੋਰਦੇ ਸੀ। ਉਹ ਆਪਣੇ ਉਸ ਸਮੇਂ 'ਚ ਰੇਜੇ ਹੁੰਦੇ ਸੀ, ਖੇਸ ਹੁੰਦੇ ਸੀ, ਜੀ। ਹਾਂਜੀ, ਜਾਂ ਸੂਟ ਵਗੈਰਾ ਦੇ ਕੇ ਜਾਂ ਮਠਿਆਈਆਂ ਵਗੈਰਾ ਦੇ ਕੇ ਵੀ ਜੋ ਸਰਦਾ ਪੁੱਜਦਾ ਜਾਂ ਸੀਗਾ ਸਰਦਾ ਪੁੱਜਦਾ ਸੀ। ਉਹ ਦੇ ਉਹਨਾਂ ਦਿਨਾਂ 'ਚ ਨਾ ਇਸ ਚੀਜ਼ ਦਾ ਵਪਾਰੀ ਕਰਨੀ ਸੀ ਹੋਇਆ। ਨਹੀਂ ਸੀ ਹੋਇਆ। ਜੇ ਫਰਦੀ ਕੀਤਾ ਉਹਨਾਂ ਨੇ ਬਿਸਕੁਟ ਬਣਾਉਣੇ, ਉਦੋਂ ਬਿਸਕੁਟ ਬਹੁਤੇ ਹੁੰਦੇ ਸੀ ਹਾਂਜੀ, ਜਿਹਨੂੰ ਸੰਧਾਰਾ ਕਹਿੰਦੇ ਸੀ, ਭੈਣ ਨੂੰ ਦੇ ਕੇ ਤੋਰਦੀ ਜਾਂ ਲੈ ਕੇ ਭੈਣ ਕੋ ਜਾਂਦੇ ਸੀ। ਉਹ ਆਮ ਤੌਰ ਤੇ ਘਰ ਦਾ ਹੀ ਘਿਓ, ਘਰ ਦਾ ਦੁੱਧ, ਘਰ ਦਾ ਹੀ ਆਟਾ ਤੇ ਉਹ ਘਰ ਦਾ ਹੀ ਗੁੜ ਜਾਂ ਖੰਡ ਕਹਿ ਲਓ, ਉਹ ਬਣਾ ਕੇ ਆਪਣੇ ਪਿੰਡ ਦੇ ਵਿੱਚੋਂ, ਉਦੋਂ ਬੇਕਰੀਆਂ ਪਿੰਡਾਂ 'ਚ ਹੁੰਦੀਆਂ ਸੀ, ਮੱਠੀਆਂ ਵੀ, ਟਿਕੜੇ ਵੀ, ਇਦਾਂ ਦੀਆਂ ਮੱਠੀਆਂ, ਚੀਜ਼ਾਂ। ਟਿਕੜੇ, ਹਾਂਜੀ, ਤੇ ਇਹ ਗੁਲਗੁਲੇ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹ ਬਣਾ ਕੇ ਭੈਣ ਨੂੰ ਤੋਰਦੇ ਸੀ ਕਿ ਜਦੋਂ ਭੈਣ ਨੇ ਆਪਣੇ ਸਹੁਰੇ ਘਰ ਜਾਣਾ ਹਾਂਜੀ, ਤੇ ਅਗਲੇ ਇਹ ਨਾ ਕਿ ਵੀ ਖਾਲੀ ਹੱਥ ਆ ਗਈ ਆ। ਆਹ ਬਿਲਕੁਲ, ਨਾਲੇ ਸਾਉਣ ਹੋ ਗਿਆ, ਨਾਲੇ ਸਾਉਣ ਦੇ ਮਹੀਨੇ ਦਾ ਰਵਾਇਤ ਹੋ ਗਈ, ਨਾਲੇ ਮਤਲਬ ਰੱਖੜੀ ਨਾਲੇ ਭੈਣ ਇੱਜ਼ਤ ਮਾਣ ਨਾਲ ਆਪਣੇ ਘਰ ਜਾਂਦੀ ਸੀ ਵੈਸੇ। ਬਿਲਕੁਲ। ਅੱਛਾ, ਇੱਥੇ ਮੈਂ ਇੱਕ ਗੱਲ ਜ਼ਰੂਰ ਦਰਸ਼ਕਾਂ ਨੂੰ ਸਾਂਝੀ ਕਰਨੀ ਚਾਹੂੰਗਾ, ਕਿਉਂਕਿ ਜਿਹੜਾ ਰੱਖੜੀ ਦਾ ਤਿਉਹਾਰ ਹੈ ਨਾ, ਜੋ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੀਆਂ ਰੌਣਕਾਂ ਅਸੀਂ ਵੇਖਦੇ ਸੀਗੇ। ਬਾਜ਼ਾਰਾਂ ਦੇ ਵਿੱਚ ਵੀ ਰੱਖੜੀਆਂ ਜਿਹੜੀਆਂ ਸੀ, ਥਾਂ ਥਾਂ ਦੁਕਾਨਾਂ ਜਿਹੜੀਆਂ ਸੀ ਭਰੀਆਂ ਹੋਈਆਂ ਸੀਗੀਆਂ, ਔਰ ਪਿੰਡਾਂ ਦੇ ਵਿੱਚ ਅਗਰ ਮੈਂ ਗੱਲ ਕਰ ਲਾਂ ਤੇ ਉੱਥੇ ਵੀ ਇੱਕ ਚਾਅ ਸੀਗਾ, ਘਰਾਂ ਦੇ ਵਿੱਚ ਆਪ ਬਣਾਈਆਂ ਜਾਂਦੀਆਂ ਸੀਗੀਆਂ। ਤੇ ਵੱਡੇ ਪੱਧਰ ਦੇ ਉੱਤੇ ਇਹ ਜਿਹੜਾ ਰੱਖੜੀ ਦਾ ਤਿਉਹਾਰ ਸੀਗਾ, ਬਚਪਨ ਦੇ ਵਿੱਚ ਚਾਅ ਸਾਰਿਆਂ ਨੂੰ ਹੁੰਦਾ ਸੀਗਾ। ਤੇ ਨਾਲ ਹੀ ਜੇ ਮੈਂ ਜੁੜਦੀ ਗੱਲ ਕਹਾਂ ਕਿ ਬਹੁਤ ਸਾਰੀਆਂ ਰੱਖੜੀ ਦੇ ਉੱਤੇ ਫਿਲਮਾਂ ਵੀ ਬਣੀਆਂ, ਰੱਖੜੀ ਦੇ ਉੱਤੇ ਗੀਤ ਵੀ ਬਣੇ, ਤੇ ਵੇ ਵੀਰਾ ਸੋਹਣੇ ਜੇ ਗੁੱਟ ਤੇ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰ ਬਣਾ ਲਾ ਰੱਖੜੀ, ਸੋਹਣੇ ਜਿਹਾ ਗੁੱਟ ਤੇ ਸਜਾ ਲਾ ਰੱਖੜੀ। ਬਿਲਕੁਲ ਬਿਲਕੁਲ। ਸੋ ਉਹ ਇਦਾਂ ਸੋਹਣੀ ਜਿਹੀ ਗੁੱਟ ਵਾਲੀ ਗੱਲ ਤੋਂ ਕਰਦਿਆਂ ਫਿਰ ਜਦੋਂ ਅਸੀਂ ਗੱਲ ਅਣਖੀ ਸਾਹਿਬ ਕਰਦੇ ਹਾਂ ਕਿ ਅੱਜ ਦਾ ਜਿਹੜਾ ਰੂਪ ਵਿਗੜ ਗਿਆ, ਕਿ ਰੱਖੜੀ ਦਾ ਤਿਉਹਾਰ ਬੜੀ ਸਾਦਗੀ ਨਾਲ ਮਨਾਇਆ ਜਾਂਦਾ ਸੀਗਾ, ਉਹਦੇ ਵਿੱਚ ਇੱਕ ਮੋਹ ਦੀਆਂ ਤੰਦਾਂ ਸੀਗੀਆਂ ਸਾਡੀਆਂ, ਸਹੀ ਅਰਥਾਂ 'ਚ ਕਹੀਏ। ਅੱਜ ਉਹ ਮੋਹ ਦੀਆਂ ਤੰਦਾਂ ਦੀ ਬਜਾਏ ਹੁਣ ਵਪਾਰੀਕਰਨ ਹੋ ਗਿਆ। ਤੇ ਪਹਿਲਾਂ ਇਹ ਵੇਖਿਆ ਜਾਂਦਾ ਵੀ ਜੇ ਭੈਣ ਆਊਗੀ ਤੇ ਉਹ ਲੈ ਕੇ ਕੀ ਆਊਗੀ, ਤੇ ਭੈਣ ਵੀ ਸੋਚਦੀ ਹੈ ਜੇ ਵੀਰ ਕੋਲੇ ਜਾਊਂਗੀ ਤੇ ਮੈਂ ਮਤਲਬ ਉੱਥੋਂ ਕੀ ਇਹ ਮੈਨੂੰ ਦੇਊਗਾ। ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਿੱਧੂ ਸਾਹਿਬ, ਸਾਡੇ ਦੇਸ਼ ਦਾ ਜਿਹੜਾ ਵਪਾਰੀ ਆ ਨਾ ਜੀ, ਬੜਾ ਚਾਤਰ ਆ ਜੀ, ਬਹੁਤ ਸਿਆਣਾ। ਉਹਨੇ ਕੱਲੀ ਰੱਖੜੀ ਦਾ ਨਹੀਂ ਗਿਆ, ਜੀ, ਬਾਕੀ ਸਾਰੇ ਤਿਉਹਾਰਾਂ ਦਾ ਵਪਾਰੀਕਰਨ ਕਰ ਦਿੱਤਾ। ਜੀ, ਹੁਣ ਆਪਾਂ ਦੀਵਾਲੀ ਦੀ ਗੱਲ ਕਰੀਏ, ਫਰਜ਼ ਕੀਤਾ ਜੀ, ਜੀ, ਦੀਵਾਲੀ ਤਾਂ ਹੈਗੀ ਤੇ ਦੀਵਿਆਂ ਦਾ ਤਿਉਹਾਰ ਸੀ। ਜੀ, ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ, ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਸ਼੍ਰੀ ਹਰਿਮੰਦਰ ਸਾਹਿਬ ਆਏ ਸੀ, ਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਉਹਨਾਂ ਦੀ ਆਮਦ ਦੇ ਵਿੱਚ ਖੁਸ਼ ਹੋ ਕੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਤੇ ਦੇਸੀ ਘਿਓ ਦੇ ਦੀਵੇ ਜਗਾਏ ਸੀ। ਜੀ, ਉਦੋਂ ਦੀਵੇ ਜਗਾਉਣ ਦਾ ਮਤਲਬ ਉਦੋਂ ਕਿਹੜੇ ਇੰਨੇ ਬਲਬ ਹੁੰਦੇ ਸੀ ਜਾਂ ਟਿਊਬਾਂ ਹੁੰਦੀਆਂ ਸੀ, ਜੀ, ਹਾਂਜੀ, ਵੀ ਚਾਨਣ ਕਰਨਾ, ਆਪਣੇ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨਾ, ਜੀ, ਇਹ ਜਿਹੜਾ ਵਪਾਰੀਕਰਨ ਆ। ਜੀ, ਹੁਣ ਦੀਵਾਲੀ ਦੇ ਵਿੱਚ ਹੈਗੀ ਤੇ ਦੀਵਿਆਂ ਦਾ ਤਿਉਹਾਰ ਸੀ, ਜੀ, ਜੀ, ਚਾਨਣ ਕਰਨਾ, ਇੱਕ ਤੇ ਬਾਹਰੀ ਸੰਸਾਰਕ ਚਾਨਣ ਤੇ ਇੱਕ ਆਪਣੇ ਹਿਰਦਿਆਂ ਵਿੱਚ ਚਾਨਣ ਕਰਨਾ, ਜੀ, ਮਨੁੱਖਤਾ ਦੀ ਭਲਾਈ ਵਾਸਤੇ, ਮਾਨਵਤਾ ਦੀ ਭਲਾਈ ਵਾਸਤੇ, ਤੇ ਜਾਂ ਕਹ ਲਓ ਆਪਣੇ ਗੁਰੂ ਸਾਹਿਬ ਨੂੰ ਚੇਤੇ ਕਰਨਾ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਗਿਆਨ, ਉਹਨਾਂ ਦਾ ਸਿਧਾਂਤ। ਪਰੰਤੂ ਉਹਦੇ ਵਿੱਚ ਆਤਿਸ਼ਬਾਜ਼ੀ ਜਿਹੜੀ ਆ ਗਈ ਆ, ਉਹ ਵਪਾਰੀਕਰਨ ਹੋ ਗਿਆ। ਪਲੱਸ ਸਾਡੇ ਵਾਤਾਵਰਨ ਦੀ ਬੜੀ ਜਿਹੜਾ ਪ੍ਰਦੂਸ਼ਣ ਹੋ ਰਿਹਾ ਵਾ, ਜਿਸ ਬਾਰੇ ਹੁਣ ਸਾਰੀ ਦੁਨੀਆ, ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੀ ਤੇ ਸੰਗਤਾਂ ਵੀ ਸੁਚੇਤ ਹੋਈਆਂ, ਪਰ ਜਿਹੜੀ ਨਵੀਂ ਪੀੜ੍ਹੀ ਆ ਉਹ ਹਾਲੇ ਸੁਚੇਤ ਨਹੀਂ ਹੋਈ। ਇਸ ਕਰਕੇ ਹੁਣ ਜੇ ਆਪਾਂ ਇਹ ਰੱਖੜੀ ਦੀ ਗੱਲ ਕਰੀਏ, ਤੁਸੀਂ ਇਹਦਾ ਕਾਫੀ ਜ਼ਿਕਰ ਕਰ ਦਿੱਤਾ ਕਿ ਭੈਣ ਨੂੰ ਵੀ ਆਸ ਹੁੰਦੀ ਆ ਕਿ ਮੈਂ ਭਰਾ ਕੋ ਆਰਥਿਕ ਪੱਖੋਂ ਸੁਖਾਲੀ ਹੋ ਕੇ ਜਾਣਾ, ਤੇ ਭਰਾ ਵੀ ਆਸ ਰੱਖਦਾ ਕਿ ਭੈਣ ਮੇਰੇ ਵਾਸਤੇ ਕੀ ਗਿਫਟ ਲੈ ਕੇ ਆਉਂਦੀ ਹੈ, ਕੀ ਤੋਹਫਾ ਲੈ ਕੇ ਆਉਂਦੀ ਹੈ, ਕੀ ਸੁਗਾਤ ਲੈ ਕੇ ਆਉਂਦੀ ਆ। ਹੁਣ ਇਸ ਚੀਜ਼ ਨੇ ਜਿਹੜੇ ਤੇ ਸਮਰੱਥ ਲੋਕ ਆ, ਜਿਨ੍ਹਾਂ ਕੋਲ ਬਹੁਤ ਪੈਸਾ ਵਾ, ਅਮੀਰ ਬੰਦੇ ਆ, ਉਹਨਾਂ ਵਾਸਤੇ ਕੋਈ ਫਰਕ ਨਹੀਂ ਪੈਂਦਾ, ਨਾ ਭੈਣਾਂ ਵਾਸਤੇ ਤੇ ਨਾ ਕਿਸੇ ਭਰਾ ਵਾਸਤੇ। ਬੇਸ਼ੱਕ ਭਰਾ ਕੋਈ ਉਹਨੂੰ 50-60 ਲੱਖ ਦੀ ਵਧੀਆ ਕਾਰ ਦੇ ਦੇ ਤੇ ਤਾਂ ਵੀ ਉਹਨੂੰ ਫਰਕ ਨਹੀਂ ਪੈਂਦਾ, ਤੇ ਭੈਣ ਵੀ ਕੋਈ ਸੋਨੇ ਦਾ ਚੰਗਾ ਵਧੀਆ ਰੱਖੜੀ ਦਾ ਮਾਡਲ ਬਣਾ ਕੇ ਲਿਆਵੇ ਤਾਂ ਉਹਨੂੰ ਫਰਕ ਨਹੀਂ ਪੈਂਦਾ। ਪਰੰਤੂ ਉਸ ਚੀਜ਼ ਦਾ ਜਦੋਂ ਪਰਛਾਵਾਂ ਸਾਡੀ ਆਮ ਜਨਤਾ 'ਤੇ ਪੈਂਦਾ ਤੇ ਆਮ ਲੋਕਾਂ ਦੇ ਵਿੱਚ ਇਹ ਜਿਹੜੀ ਹੀਣ ਭਾਵਨਾ ਆਪਣੇ ਆਪ ਆ ਜਾਂਦੀ ਹੈ। ਸਾਦਾ ਜ਼ਿੰਦਗੀ ਖਤਮ ਹੋ ਗਈ ਆ। ਹੁਣ ਉਹ ਜਿਹੜੇ ਸਾਡੇ ਸਧਾਰਨ ਲੋਕ ਆ, ਹੁਣ ਸਾਡੇ ਸਮਾਜ ਦੇ ਵਿੱਚ ਨਾ ਤੁਸੀਂ ਵੇਖਿਆ ਹੋਊਗਾ ਪਿਛਲੇ 10-15 ਸਾਲਾਂ ਤੋਂ ਫਿਰ ਬੈਕ ਟ੍ਰੈਂਡ ਤੁਰ ਪਿਆ। ਜਿਹੜੀ ਸਾਡੀ ਆਰਥਿਕ ਦਿਸ਼ਾ ਬੜੀ ਪੈਰਾਂ 'ਤੇ ਖੜੀ ਸੀ ਨਾ, ਹੁਣ ਸਾਡੀ ਜਿਹੜੀ ਪੇਂਡੂ ਜਨਤਾ, ਖਾਸ ਤੌਰ 'ਤੇ ਕਿਸਾਨੀ ਜਾਂ ਮਜ਼ਦੂਰ ਵਰਗ ਜਿਹੜਾ ਨਾ, ਉਹ ਫਿਰ ਹੁਣ ਬਹੁਤ ਪਿੱਛੇ ਧੱਕਿਆ ਗਿਆ ਵਾ। ਉਹਨਾਂ ਦੇ ਜੀਵਨ ਦਾ ਗੁਜ਼ਾਰਾ ਹੁਣ ਬਹੁਤ ਫਿਰ ਮੁਸ਼ਕਲ ਦੇ ਵਿੱਚ ਆ ਗਿਆ। ਇਸ ਕਰਕੇ ਹੁਣ ਉਹ ਕਈ ਤੇ ਹੈਗੇ ਆ ਵੀ ਆਪਣੇ ਨੱਕ ਨਮੂਜ ਰੱਖਣ ਵਾਸਤੇ ਔਖੇ ਹੋ ਕੇ ਵੀ ਇਹ ਰਸਮ ਜਿਹੜੀ ਆ ਉਹ ਅਦਾ ਕਰ ਰਹੇ ਆ। ਪਰੰਤੂ ਹੁਣ ਜੇ ਆਪਾਂ ਸੋਚ ਲਈਏ
ਵੀ ਜਿਹੜਾ ਬੰਦਾ ਆਰਥਿਕ ਤੌਰ ਤੇ ਕਿਸੇ ਕਰਜ਼ਾ ਲੈ ਕੇ, ਬੈਂਕ ਕੋਲ ਕਰਜ਼ਾ ਲੈ ਕੇ, ਕਿਸੇ ਆੜ੍ਹਤੀ ਕੋਲ ਕਰਜ਼ਾ ਲੈ ਕੇ, ਜਾਂ ਨਿੱਜੀ ਕਰਜ਼ਾ ਲੈ ਕੇ, ਜਾਂ ਕੋਈ ਆਪਣੀ ਜ਼ਮੀਨ ਗਹਿਣੇ ਧਰ ਕੇ ਰਸਮ ਕਰਦਾ, ਤੇ ਉਹ ਰਸਮ ਦਾ ਸਵਾਦ ਨਹੀਂ ਦਿੰਦਾ, ਫਿਰ ਉਹਦਾ ਕੋਈ ਸਵਾਦ ਨਹੀਂਗਾ। ਉਹ ਫਿਰ ਮੋਹ ਮਮਤਾ ਜਿਹੜੀ ਆ ਨਾ, ਉਹ ਪਾਸੇ ਰਹਿ ਜਾਂਦੀ ਆ, ਤੇ ਸਿਰਫ ਜਿਹੜਾ ਵਪਾਰੀ ਪੱਖ ਆ ਉਹ ਸਾਡੇ ਸਾਹਮਣੇ ਆ ਜਾਂਦਾ ਵਾ। ਭੈਣ ਤੇ ਭਰਾ ਦਾ ਜਿਹੜਾ ਇਹ ਪਿਆਰ ਦਾ ਰਿਸ਼ਤਾ ਵਾ, ਉਹ ਸਮਝ ਲਓ ਆਪਾਂ ਮਾਈਨਸ ਆਪਾਂ ਕਹਿ ਦਿੰਦੇ ਆ, ਤੇ ਉਹਦੇ ਵਿੱਚ ਸਿਰਫ ਲੈਣ ਦੇਣੀ ਜਿਹੜਾ ਵਾ ਉਹ ਹਾਵੀ ਹੋ ਜਾਂਦਾ ਵਾ। ਇਸ ਕਰਕੇ ਮੈਂ ਤਾਂ ਇਹੋ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਇਹੋ ਕਹਿਣਾ ਵਾ ਵੀ ਆਪਾਂ ਨੂੰ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਮੂੰਹ ਚਪੇੜ ਮਾਰ ਕੇ ਨਹੀਂ ਲਾਲ ਕਰਨਾ ਚਾਹੀਦਾ। ਹਰ ਇੱਕ ਦੀ ਆਪੋ ਆਪਣੀ ਸਮਰੱਥਾ ਵਾ, ਹਰ ਇੱਕ ਦੇ ਆਪੋ ਆਪਣੇ ਸਾਧਨ ਆ, ਤੇ ਹਰ ਇੱਕ ਦਾ ਆਪੋ ਆਪਣਾ ਜਿਹੜਾ ਵਾ ਉਹ ਪਿਛੋਕੜ ਆ। ਇਸ ਕਰਕੇ ਆਪਾਂ ਇਹਨਾਂ ਤਿਉਹਾਰਾਂ ਦੇ ਵਿੱਚ ਬਨਿਸਬਤ ਕਿ ਆਪਣੀ ਅਮੀਰੀ ਜ਼ਾਹਰ ਕਰੀਏ, ਆਪਣੀ ਦੌਲਤ ਦਾ ਜਿਹੜਾ ਵਾ ਉਹ ਵਿਖਾਵਾ ਕਰੀਏ, ਸਾਨੂੰ ਆਪਣੀ ਜਿਹੜੀ ਪਿਆਰ ਦੀ ਦੌਲਤ ਆ, ਜਿਹੜੇ ਸਾਡੇ ਭਾਵਨਾਵਾਂ ਦੀ ਅਮੀਰੀ ਆ, ਉਸ ਦਾ ਪ੍ਰਗਟਾਵਾ ਕਰਨਾ ਚਾਹੀਦਾ ਵਾ, ਨਾ ਕਿ ਸਾਡੇ ਆਰਥਿਕ ਵਸੀਲਿਆਂ ਦਾ ਸਾਨੂੰ ਪ੍ਰਗਟਾਵਾ ਕਰਨਾ ਚਾਹੀਦਾ। ਭੈਣਾਂ ਵੀ ਇਸ ਚੀਜ਼ ਨੂੰ ਆਪਣੇ ਭਰਾ ਦੀ ਸਲਾਮਤੀ, ਆਪਣੇ ਭਰਾ ਦੀ ਖੁਸ਼ਹਾਲੀ ਦੀ ਅਰਦਾਸ ਲੈ ਕੇ ਆਉਣ, ਤੇ ਭਰਾ ਵੀ ਜਿਹੜੇ ਆ ਉਹਦੀ ਜਿਹੜੀ ਆ ਜਾਨ ਮਾਲ ਦੀ ਰਾਖੀ, ਉਹਦੀ ਇੱਜ਼ਤ ਦੀ ਰਾਖੀ, ਤੇ ਉਹਦੀ ਖੁਸ਼ੀ ਖੁਸ਼ਹਾਲੀ ਦੇ ਜਾਮਨ ਬਣ ਕੇ ਜੇ ਫਰਜ਼ ਕੀਤਾ ਇਹ ਤਿਉਹਾਰ ਮਨਾਏ ਜਾਣ। ਬੇਸ਼ੱਕ ਸਾਦਾ ਹੀ ਹੋਵੇ, ਜ਼ਰੂਰੀ ਤਾਂ ਨਹੀਂ ਕਿ ਬਾਜ਼ਾਰੋਂ ਬਹੁਤ ਮਹਿੰਗੀ ਰੱਖੜੀ ਲਿਆਉਣੀ ਆ। ਘਰ ਦੀ ਮੌਲੀ ਜਿਹੜੀ ਆ ਉਹ ਵੀ ਬੜਾ ਕੰਮ ਕਰ ਜਾਂਦੀ ਆ, ਤੇ ਨਾਲ ਇੱਕ ਬਰਫੀ ਦਾ ਪੀਸ, ਜਾਂ ਕਹ ਲਓ ਪਿਛਲੇ ਜ਼ਮਾਨੇ ਦੇ ਸਾਡੀ ਭੂਆ ਜਿਹੜੀ ਸੀ ਉਹ ਗੁੜੀ ਲੈ ਆਉਂਦੀ ਹੁੰਦੀ ਸੀ, ਗੁੜ ਦੀ ਰੂੜੀ ਲੈ ਆਉਣੀ, ਜਾਂ ਖੰਡ ਲੈ ਆਉਣੀ, ਜਾਂ ਟੌਫੀਆਂ ਵਗੈਰਾ ਲੈ ਆਉਣੀਆਂ। ਭਾਵ ਸਾਦਾ ਜ਼ਿੰਦਗੀ ਸੀ, ਤੇ ਉਹਨਾਂ ਦਾ ਜਿਹੜੇ ਸਾਡੇ ਪਿਤਾ ਜੀ ਸੀ ਜਾਂ ਆਪਣੇ ਸਾਰੇ ਬਰਾਬਰ ਹੀ ਸੀ, ਤੇ ਉਹ ਵੀ ਉਹਨਾਂ ਨੂੰ ਜੋ ਤਿਲ ਫੁੱਲ ਹੁੰਦਾ ਸੀ ਉਹ ਦੇ ਕੇ ਤੋਰਦੇ ਸੀ। ਫਿਰ ਭੈਣਾਂ ਨੇ ਕਿੰਨੇ ਕਿੰਨੇ ਪਹਿਲਾਂ ਵੀ ਆ ਜਾਂਦੀਆਂ, ਇਹ ਬਾਅਦ 'ਚ ਵੀ ਰਹਿਣਾ, ਤਾਂ ਕਿ ਇਹ ਜਿਹੜਾ ਸਾਉਣ ਦਾ ਮਹੀਨਾ ਵਾ ਇਸ ਨੂੰ ਬੜੇ ਸੋਹਣੇ ਢੰਗ ਨਾਲ ਮਨਾਇਆ ਜਾਵੇ। ਹੁਣ ਤੇ ਪਿਛਲੇ ਅੱਤਵਾਦ ਦੇ ਦਿਨਾਂ ਨੇ ਪੰਜਾਬ ਦੇ ਤਿਉਹਾਰਾਂ ਦਾ ਬੜਾ ਨੁਕਸਾਨ ਕੀਤਾ ਹੈ। ਪਹਿਲਾਂ ਇਹ ਜਿਹੜੀ ਤੀਆਂ ਦਾ ਤਿਉਹਾਰ ਹੁੰਦਾ ਸੀ, ਸਾਉਣ ਦੇ ਮਹੀਨੇ 'ਚ ਮਨਾਇਆ ਜਾਂਦਾ ਸੀ, ਤੇ ਸਾਰੇ ਪਿੰਡ ਦੀਆਂ ਧੀਆਂ ਰਲ ਕੇ, ਨੂੰਹਾਂ ਧੀਆਂ ਰਲ ਕੇ ਪਿੰਡ ਦੇ ਕਿਸੇ ਸਾਂਝੇ ਥਾਂ ਦੇ ਸਕੂਲ ਦੀ ਗਰਾਊਂਡ ਵਿੱਚ ਖਾਸ ਤੌਰ ਤੇ, ਜਾਂ ਕੋਈ ਹੋਰ ਪਿੰਡ ਦੀ ਰੌਡ ਵਗੈਰਾ ਹੋਣੀ, ਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਗਿੱਧੇ ਪਾਉਣੇ, ਕੀਲੀਆਂ ਪਾਉਣੀਆਂ, ਪੀਂਘਾਂ ਝੂਟਣੀਆਂ, ਹਾਂਜੀ, ਤੇ ਹੱਸਣਾ ਖੇਡਣਾ, ਖੁਸ਼ੀਆਂ ਮਨਾਉਣੀਆਂ। ਪਰੰਤੂ ਅੱਤਵਾਦ ਨੇ ਇਹ ਜਿਹੜਾ ਤਿਉਹਾਰ ਸੀ ਖਤਮ ਕਰ ਦਿੱਤਾ। ਹੁਣ ਸਾਡੇ ਸਮਾਜ 'ਚ ਉਹਦੇ ਖਤਮ ਹੋ ਗਿਆ, ਪਰੰਤੂ ਕੁਝ ਸਾਡੀਆਂ ਵਿਦਿਅਕ ਸੰਸਥਾਵਾਂ ਜਿਸ ਤਰ੍ਹਾਂ ਕਾਲਜ ਆ, ਯੂਨੀਵਰਸਿਟੀਆਂ ਵਾ, ਹਾਂਜੀ, ਜਾਂ ਕੋਈ ਸੱਭਿਆਚਾਰਕ ਸੰਸਥਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਵਾ, ਉਹਨਾਂ ਨੇ ਫਿਰ ਇਸ ਚੀਜ਼ ਨੂੰ ਪੁਨਰ ਸੁਰਜੀਤ ਕੀਤਾ ਵਾ। ਤੇ ਇਹ ਜਿਹੜੇ ਭੈਣ ਭਰਾ ਦੇ ਰਿਸ਼ਤੇ ਦਾ ਇਹ ਤਿਉਹਾਰ ਸੀ, ਉਹ ਹੁਣ ਪੂਰੇ ਜਾਓ ਜਲਾਲ ਵਿੱਚ ਹੈਗਾ ਵਾ। ਬੇਸ਼ੱਕ ਉਹ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਜਾਂ ਸਾਡੇ ਸੱਭਿਆਚਾਰਕ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਵਿੱਚ ਹੋ ਰਿਹਾ, ਪਰ ਸਾਰੇ ਜਿਹੜੇ ਇਹ ਪਾਰਟਿਸਪੈਂਟਸ ਜਾਂ ਪ੍ਰਬੰਧਕ ਹੈਗੇ ਆ, ਉਹ ਬਹੁਤ ਸੋਹਣੇ ਢੰਗ ਨਾਲ ਇਸ ਨੂੰ ਮਨਾ ਰਹੇ ਆ। ਆਪਾਂ ਖਬਰਾਂ ਪੜ੍ਹਦੇ ਹਾਂ ਇਹਨਾਂ ਦਾ, ਤੇ ਵਿੱਚ ਸ਼ਾਮਲ ਵੀ ਹੁੰਦੇ ਆ, ਤੇ ਫਿਰ ਬੜੀ ਖੁਸ਼ੀ ਹੁੰਦੀ ਆ ਕਿ ਉਹ ਜਿਹੜਾ ਪੁਰਾਣਾ ਸਾਡਾ ਤਿਉਹਾਰ ਸੀ, ਬੇਸ਼ੱਕ ਰੂਪ ਉਹਦਾ ਥੋੜ੍ਹਾ ਬਹੁਤ ਬਦਲ ਗਿਆ। ਮਤਲਬ ਜਿਹੜੇ ਸਮਾਜਿਕ ਤੇ ਪਰਿਵਾਰਕ ਪੱਖ ਵੇਖਿਆ ਜਾਵੇ ਤੇ ਉਹਨੂੰ ਆਪਸ ਵਿੱਚ ਜੋੜਨ ਦਾ ਇੱਕ ਵਸੀਲਾ ਸੀਗੇ, ਤਿਉਹਾਰ ਸੀਗੇ। ਹੁਣ ਜੇ ਆਪਾਂ ਗੱਲ ਸਿੱਖ ਧਰਮ ਦੇ ਲਿਹਾਜ਼ ਨਾਲ ਆਪਾਂ ਕਰੀਏ, ਹਾਂਜੀ, ਸਿੱਖ ਧਰਮ ਦੇ ਵਿੱਚ ਇੱਕ ਤਰ੍ਹਾਂ ਦੀ ਆਪਾਂ ਆਪਣੇ ਸਾਡੇ ਜਿਹੜੇ ਸਿਧਾਂਤ ਹੈਗੇ ਆ, ਉਹਨਾਂ ਸਿਧਾਂਤਾਂ ਨੂੰ ਮੁੱਖ ਰੱਖ ਕੇ, ਜਿਵੇਂ ਹੁਣ ਕਈਆਂ ਨੇ ਅੰਮ੍ਰਿਤ ਛਕਿਆ ਹੋਇਆ, ਗਾਤਰਾ ਕਿਰਪਾਨ ਪਾਈ ਹੈਗੀ ਆ, ਜੇ ਉਹ ਗਾਤਰਾ ਕਿਰਪਾਨ ਪਾ ਕੇ ਆਪਾਂ ਨੂੰ ਲੱਗਦਾ ਹੈ ਕਿ ਇੱਕ ਤੰਦ ਜਿਹੜਾ ਹੈਗਾ, ਇੱਕ ਰੱਖੜੀ ਜਿਹੜੀ ਉਹ ਬੰਨ੍ਹ ਕੇ ਹੀ ਅਸੀਂ ਇੱਕ ਦੂਜੇ ਦੀ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਹੋਣਾ ਆ। ਤਾਂ ਦੂਸਰੇ ਪੱਖ 'ਚ ਆਪਾਂ ਜੇ ਇਹ ਮੰਨ ਕੇ ਚੱਲੀਏ ਕਿ ਨਾ ਵੀ ਬੰਨ੍ਹ ਲਈਏ, ਜਿਹੜੀ ਕੌਮ ਨਹੀਂ ਮੰਨਦੀ ਉਹ ਵੀ ਤਾਂ ਇੱਕ ਦੂਜੇ ਦੇ ਲਈ ਮਦਦ ਲਈ ਖੜਦੇ ਹੈਗੇ ਆ, ਪਰ ਸਿੱਖ ਧਰਮ ਜਿਹੜਾ ਹੈਗਾ ਇਸ ਮਾਮਲੇ 'ਚ ਕਿੱਥੇ ਖੜਾ ਹੈ? ਸਿੱਧੂ ਸਾਹਿਬ ਜੀ, ਰੀਸੈਂਟ ਹੀ ਗੱਲ ਹੋਈ ਆ ਜੀ, ਥੋੜ੍ਹੇ ਦਿਨਾਂ ਦੇ ਵਿੱਚ ਹੀ, ਜੀ, ਸਿੱਖ ਕੌਮ ਸਮੁੱਚੀ ਨੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੀ, ਸਿੱਖ ਸੰਸਥਾਵਾਂ, ਸਿੱਖ ਨੌਜਵਾਨ ਆਪ ਬਹਾਰੇ ਹੀ ਕਸ਼ਮੀਰੀ ਭੈਣਾਂ ਦੇ ਹੱਕ 'ਚ ਖਲੋ ਗਏ ਆਣਗੇ। ਜੀ, ਬਿਲਕੁਲ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਕੁੜੀਓ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ, ਧੀਓ ਤੁਸੀਂ ਗੁਰਦੁਆਰਿਆਂ 'ਚ ਆਓ, ਸਾਡੇ ਘਰਾਂ 'ਚ ਆਓ, ਅਸੀਂ ਤੁਹਾਡੇ ਭਰਾ ਬਣ ਕੇ ਤੁਹਾਡੀ ਰਾਖੀ ਕਰਾਂਗੇ। ਇਹਨੂੰ ਵੱਧ ਦੱਸੋ ਰੱਖੜੀ ਕੀ ਹੋਣੀ? ਹਾਂ, ਇਸ ਤੋਂ ਵੱਧ ਰੱਖੜੀ ਕੀ ਹੋ ਸਕਦੀ ਹੈ? ਇਸ ਤੋਂ ਵੱਧ ਰੱਖੜੀ ਕੀ ਹੋਣੀ ਆ? ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਬੱਚਿਆਂ ਨੂੰ ਸੱਦ ਕੇ ਇਕੱਠੀ ਉਹਨਾਂ ਨਾਲ ਈਦ ਮਨਾਈ, ਔਰ ਇਕੱਠਾ ਹੀ ਖਾਣਾ ਖਾਧਾ, ਉਹਨਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ। ਹਾਂਜੀ, ਇਹਨੂੰ ਵੱਡਾ ਧਰਮ ਦੱਸੋ ਕਿਹੜਾ ਭਲਾ? ਕਿਹੜਾ ਹੋ ਸਕਦਾ? ਬਿਲਕੁਲ, ਸਭ ਤੋਂ ਵੱਡਾ ਧਰਮ ਹੈ ਮਾਨਵਤਾ ਦਾ, ਸਭ ਤੋਂ ਵੱਡਾ ਧਰਮ ਹੈ ਮਨੁੱਖਤਾ ਦਾ। ਭਾਈ ਕਨ੍ਹਈਆ ਨੇ ਆਪਣੇ ਦੁਸ਼ਮਣਾਂ, ਜ਼ਖਮੀ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਸੀ, ਤੇ ਦਸਵੇਂ ਪਾਤਸ਼ਾਹ ਨੇ ਉਹਨੂੰ ਡੱਬੀ ਦੇਤੀ ਸੀ। ਭਾਈ ਜੀ,
ਪਾਣੀ ਨਹੀਂ ਪਿਉਣਾ ਮਲਮੀ ਕਰੋ, ਮੱਲ ਵੀ ਕਰੋ ਇਹ ਵੀ ਉਸ ਅਕਾਲ ਪੁਰਖ ਦੇ ਜਾਏ ਆ। ਜੀ ਹਾਂਜੀ, ਇਸ ਕਰਕੇ ਸਾਨੂੰ ਜਿਹੜੀ ਧਾਰਮਿਕ ਸੰਕੀਰਣਤਾ ਨਾ ਉਸ ਨੂੰ ਜੀਵਨ ਤੇ ਹਾਵੀ ਨਹੀਂ ਹੋਣ ਦੇਣਾ। ਸਿੱਖ ਧਰਮ ਤੇ ਬੜਾ ਵਿਸ਼ਾਲ ਧਰਮ ਆ, ਜੀ ਬੜਾ ਖੁੱਲਾ ਡੋਲਾ ਧਰਮ ਆ, ਮਾਨਵਤਾ ਦਾ ਧਰਮ ਆ। ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਾਖੀ ਖਾਤਰ ਆਪਣਾ ਸੀਸ ਵਾਰਤਾ ਸੀ। ਜੀ ਉਹ ਜੰਜੂਤ ਨਹੀਂ ਪਾਉਂਦੇ, ਬਿਲਕੁਲ ਉਹ ਤਿਲਕਤ ਨਹੀਂ ਹਿਲਾਉਂਦੇ, ਪਰ ਉਹਨਾਂ ਨੇ ਉਹਨਾਂ ਦੀ ਰਾਖੀ ਵਾਸਤੇ ਆਪਣਾ ਸੀਸ ਵਾਰਿਆ ਸੀ, ਜਿਹੜੇ ਜੰਜੂ ਪਹਿਨਦੇ ਸੀ ਤੇ ਜਿਹੜੇ ਤਿਲਕ ਲਾਉਂਦੇ ਸੀ। ਜੀ ਇਸ ਕਰਕੇ ਸਾਨੂੰ ਸਾਰੀਆਂ ਚੀਜ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਵਾ ਤੇ ਆ ਕਿਸੇ ਚੀਜ਼ ਨੂੰ ਆਪਾਂ ਧਾਰਮਿਕ ਬੰਧਨ 'ਚ ਰੱਖ ਕੇ ਜੀ ਉਸ ਚੀਜ਼ ਪ੍ਰਤੀ ਸਾਨੂੰ ਨਰਾਦਰ ਦੀ ਭਾਵਨਾ ਬਿਲਕੁਲ ਨਹੀਂ ਰੱਖਣੀ ਚਾਹੀਦੀ ਜਾਂ ਉਹਨੂੰ ਨੈਗੇਟਿਵ ਨਹੀਂ ਕਰਨਾ ਚਾਹੀਦਾ। ਵੇਖੋ ਅੱਜ ਕੱਲ੍ਹ ਦੁਨੀਆ ਬੜੀ ਓਪਨ ਹੋ ਗਈ ਆ, ਜੀ ਬੜੇ ਖੁੱਲੇ ਆ। ਤੇ ਨੰਬਰ 2 ਤੇ ਧਾਰਮਿਕ ਜਿਹੜਾ ਮਸਲਾ ਨਾ, ਇਹ ਮੈਂ ਸਮਝਦਾ ਹਰ ਇੱਕ ਦੀ ਮਸਲਾ ਜੀ ਬਿਲਕੁਲ ਨਿੱਜੀ ਆ, ਨਿੱਜੀ ਮਸਲਾ ਹੈਗਾ, ਇਹ ਹਾਵੀ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਤਿਉਹਾਰਾਂ ਦੇ ਉੱਤੇ। ਤੇ ਇਸੇ ਧਰਮ ਦੀ ਆਜ਼ਾਦੀ ਦਾ ਹੀ ਸਾਡੇ ਤਾਂ ਸਿੱਖ ਧਰਮ ਨੂੰ ਹੋਕਾ ਦਿੱਤਾ। ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਧਾਰਮਿਕ ਆਜ਼ਾਦੀ ਦਾ ਹੁਕਮ ਦਿੱਤਾ। ਇਹ ਜ਼ਰੂਰੀ ਨਹੀਂ ਗਾ ਕਿ ਭੈਣ ਭਰਾ ਦੋਵੇਂ ਇੱਕ ਵਿਚਾਰਧਾਰਾ ਸ਼ਾਮਲ ਹੋਣ, ਜੀ ਪਰ ਇੱਕ ਤੇ ਸਾਂਝ ਹੈਗੀ ਨਾ ਵੀ ਇੱਕ ਮਾਂ ਪਿਓ ਦੇ ਜਾਏ ਆ, ਭੈਣ ਭਰਾ ਵਾ, ਖੂਨ ਸਾਂਝਾ ਵਾ ਉਹਨਾਂ ਦੀ। ਤੇ ਇਸ ਵਾਸਤੇ ਮੈਂ ਇਸ ਚੀਜ਼ ਦਾ ਵਿਚਾਰਾ ਹਾਮੀ ਆ ਕਿ ਸਾਨੂੰ ਇਹ ਧਾਰਮਿਕ ਜਿਹੜੀ ਰੰਗਤ ਆ ਨਾ, ਇਹ ਸਮਾਜਿਕ ਤਿਉਹਾਰਾਂ ਤੇ ਬਹੁਤੀ ਹਾਵੀ ਨਹੀਂ ਹੋਣ ਦੇਣੀ ਚਾਹੀਦੀ। ਹਰ ਇੱਕ ਬੰਦਾ ਆਪਣਾ ਧਰਮ ਨਿਭਾਵੇ, ਖੁਸ਼ੀ ਨਿਭਾਵੇ, ਆਜ਼ਾਦੀ ਨਾਲ ਨਿਭਾਵੇ ਤੇ ਦੂਜਿਆਂ ਦੇ ਧਰਮ 'ਚ ਦਖਲ ਨਾ ਦੇਵੇ, ਉਹਨਾਂ ਨੂੰ ਧਰਮ ਨਿਭਾਉਣ ਦੇਵੇ। ਹੁਣ ਮੈਂ ਵੇਖਣਾ ਆਪਣੇ ਕਈ ਪਰਿਵਾਰ ਇਹੋ ਜਿਹੇ ਆ, ਜੀ ਮਾਈਂਡ ਨਾ ਕਰਿਓ ਪਈ ਪਿਓ ਉਹਨਾਂ ਦਾ ਰਾਧ ਸਵਾਮੀ ਹੁੰਦਾ ਹਾਂਜੀ ਤੇ ਬੱਚੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੁੰਦੇ ਆ, ਬਿਲਕੁਲ ਜਾਂ ਇਹਦੇ ਉਲਟ ਵੀ ਕੰਮ ਹੋ ਸਕਦਾ। ਇੱਕ ਪਰਿਵਾਰ 'ਚ ਵੱਖ-ਵੱਖ ਧਰਾਵਾਂ ਵਾ, ਪਰੰਤੂ ਇੱਕ ਪਰਿਵਾਰ ਦੇ ਤੌਰ ਤੇ ਰਹਿਣ ਡਿਆ ਨਾ। ਇੱਕ ਪਰਿਵਾਰ ਦਾ ਜਿਹੜਾ ਇੱਕ ਜੀ ਨੂੰ ਸੁੱਖ ਆ ਦੁੱਖ ਆ, ਸਾਰਾ ਪਰਿਵਾਰ ਉਹ 'ਚ ਭਾਈਵਾਲ ਹੁੰਦਾ। ਇਹ ਥੋੜਾ ਕਹਿੰਦਾ ਵਾ ਵੀ ਤੂੰ ਪਾਪਾ ਰਾਧਾ ਸਵਾਮੀ ਆ ਤੇ ਮੈਂ ਤੈਨੂੰ ਹਸਪਤਾਲ ਨਹੀਂ ਖੜਨਾ ਜੇ ਬਿਮਾਰ ਹੋ ਜਾਏਗਾ ਤੇ। ਬਿਲਕੁਲ ਹਾਂਜੀ, ਉਹ ਪਰਿਵਾਰ ਤੇ ਨਹੀਂ ਟੁੱਟਦਾ ਇਸ ਪਰਿਵਾਰ ਥੋੜਾ ਟੁੱਟਦਾ ਵਾ। ਇਸ ਕਰਕੇ ਇਹਨਾਂ ਧਾਰਮਿਕ ਉਲਝਣਾਂ 'ਚ ਪੈ ਕੇ ਆਪਾਂ ਜਿਹੜੀ ਮਾਨਵਤਾ ਦਾ ਧਰਮ ਆ, ਜਿਹੜਾ ਸਾਡਾ ਸਮੁੱਚਾ ਧਰਮ ਜਿਹੜਾ ਆਪਣਾ ਇਹ ਦੁਨੀਆ ਦਾ ਸਰਮੌਰ ਧਰਮ ਆ, ਸਿੱਖ ਧਰਮ, ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਇੱਜ਼ਤ ਆ। ਜਿਹੜੀਆਂ ਹੁਣ ਕਸ਼ਮੀਰ ਦੀਆਂ ਘਟਨਾਵਾਂ ਹੋਈਆਂ ਵਾ, ਸਿੱਖਾਂ ਨੇ ਜਿਸ ਢੰਗ ਨਾਲ ਉਹਨਾਂ ਕੁੜੀਆਂ ਦੀ ਰਾਖੀ ਕੀਤੀ ਆ, ਅੱਜ ਸਿੱਖ ਧਰਮ ਦੁਨੀਆ ਵਿੱਚ ਬਹੁਤ ਇੱਜ਼ਤ ਜਿਹੜਾ ਵਾ ਉਹ ਕਮਾ ਗਿਆ ਵਾ। ਤੇ ਜੇ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ, ਵੇਖੋ ਜੀ ਆਹ ਨਹੀਂ ਕੰਮ ਕਰਨਾ, ਜੇ ਗੱਲ ਕੀਤਾ ਸਾਨੂੰ ਖੁਸ਼ੀ ਮਿਲਦੀ ਆ, ਸਾਡਾ ਪਿਆਰ ਵੱਧਦਾ ਵਾ, ਸਾਡੀ ਮੁਹੱਬਤ ਵੱਧਦੀ ਆ, ਸਾਡਾ ਆਪਣਾਪਣ ਵੱਧਦਾ ਵਾ, ਤੇ ਫਿਰ ਉਹ ਗੱਲ ਕਰਨ ਵਿੱਚ ਕੋਈ ਹਰਜ ਨਹੀਂ ਗੀ। ਇਸ ਗੱਲ ਨੂੰ ਕਹਿਣਾ ਸਿੱਖ ਧਰਮ ਪ੍ਰਵਾਨਤ ਨਹੀਂਗਾ। ਮੈਨੂੰ ਇਹ ਦੱਸੋ ਹਾਂ ਵੀ ਸਿੱਖ ਧਰਮ ਕਿੱਥੇ ਲਿਖਿਆ ਵੀ ਨਹੀਂ ਮਨਾਉਣਾ ਭਲਾ ਵੀ? ਬਿਲਕੁਲ ਜੇ ਆਪਾਂ ਕਹਿੰਦੇ ਸਿੱਖ ਧਰਮ ਦਾ ਤਿਉਹਾਰ ਨਹੀਂਗਾ, ਪਰ ਇਹ ਵਿੱਚ ਨਹੀਂ ਨਾ ਕਿ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਮਨਾਉਣਾ ਆਪਾਂ। ਜੀ ਜੀ ਹੁਣ ਜਿਵੇਂ ਹੁਣ ਰਹਿਤ ਮਰਜ਼ਾਦਾ ਦੀ ਤੁਸੀਂ ਗੱਲ ਕਰ ਲੈਂਦੇ, ਰਹਿਤ ਮਰਜ਼ਾਦਾ ਦੀ ਕਈ ਜਗ੍ਹਾ ਦੇ ਵਿੱਚ ਹੁਣ ਗੁਰੂ ਨਾਨਕ ਸਾਹਿਬ ਨੇ ਇਹ ਤੇ ਕਿਹਾ ਵੀ ਜੰਜੂ ਨਹੀਂ ਪਾਉਣਾ ਜੀ, ਨਹੀਂ ਨਾ, ਉਹਨਾਂ ਬਾਣੀ 'ਚ ਵੀ ਲਿਖਿਆ ਵਾ ਤੇ ਉਹਨਾਂ ਦੀ ਆਪਾਂ ਸਟੋਰੀਆਂ ਪੜ੍ਹਦੇ ਵੀ ਆ। ਪਰ ਇਹ ਥੋੜਾ ਕਿਹਾ ਕਿ ਭੈਣ ਭਰਾਵਾਂ ਨੇ ਇਸ ਕਰਕੇ ਨਹੀਂ ਮਿਲਣਾ ਵੀ ਉਹਨਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਉਹਨਾਂ ਦੇ। ਹਾਂਜੀ, ਇਸ ਕਰਕੇ ਪਰਿਵਾਰਕ ਸਾਂਝ, ਮਾਨਵਤਾ ਦੀ ਸਾਂਝ, ਮੈਂ ਤਾਂ ਨਾ ਵਾ ਵੀ ਇਹ ਤਿਉਹਾਰ ਐਡਾ ਇਹਦੀ ਭਾਵਨਾ ਇੰਨੀ ਵੱਡੀ ਪੱਧਰ ਤੇ ਬਣਾਉਣੀ ਚਾਹੀਦੀ ਆ ਕਿ ਆਪਾਂ ਇਸ ਨੂੰ ਪਰਿਵਾਰ ਦੇ ਤੌਰ ਤੇ ਨਾ ਰਹਿ ਗਏ, ਸਮਾਜਿਕ ਤੌਰ ਤੇ ਜਿਹੜੀਆਂ ਧੀਆਂ ਭੈਣਾਂ ਵਾ ਉਹਨਾਂ ਨੂੰ ਆਪਾਂ ਉਸੇ ਸ਼ੁੱਧ ਨਿਗਾਹ ਨਾਲ ਵੇਖੀਏ, ਉਸੇ ਇੱਜ਼ਤ ਭਰੀ ਨਿਗਾਹ ਨਾਲ ਵੇਖੀਏ। ਜਿਸ ਤਰ੍ਹਾਂ ਕਿਸੇ ਸਮੇਂ 'ਚ ਹੁੰਦਾ ਸੀ ਨਾ ਵੀ ਆਹ ਜਿਹੜੀ ਕੁੜੀ ਆ ਇਹ ਇੱਕ ਪਰਿਵਾਰ ਦੀ ਕੁੜੀ ਨਹੀਂ ਗੀ, ਪਿੰਡ ਦੀ ਕੁੜੀ ਆ। ਬਿਲਕੁਲ, ਤੇ ਸਾਰਾ ਪਿੰਡ ਉਹਦੀ ਰਾਖੀ ਦੇ ਜਾਮਨ ਹੁੰਦਾ ਸੀ। ਹਾਂਜੀ, ਅੱਜ ਵੀ ਸਾਨੂੰ ਅਜਿਹੀ ਸੋਚ ਜਿਹੜੀ ਆ ਨਾ, ਇਹਦਾ ਪ੍ਰਚਾਰ ਕਰਨਾ ਚਾਹੀਦਾ ਵਾ, ਇਸ ਨੂੰ ਅਪਣਾਉਣਾ ਚਾਹੀਦਾ ਵਾ ਵੀ ਧੀਆਂ ਭੈਣੀਆਂ ਸਾਰੀਆਂ ਦੀ ਸਾਂਝੀਆਂ ਵਾ ਤੇ ਇਹਨਾਂ ਦੀ ਜਿਹੜੀ ਆਜ਼ਾਦੀ ਆ ਉਹ ਬਰਕਰਾਰ ਰਹਿਣੀ ਚਾਹੀਦੀ ਆ। ਇਹਨਾਂ ਦੇ ਕਿਸੇ ਕਿਸਮ ਦਾ ਖਲਲ ਨਹੀਂ ਪੈਣਾ ਚਾਹੀਦਾ। ਤੇ ਖਾਸ ਤੌਰ ਤੇ ਜਿਹੜੀ ਰੱਖੜੀ ਆ, ਮੈਂ ਨਾ ਇੱਕ ਸਾਡੇ ਵਾਸਤੇ ਇੱਕ ਸੰਦੇਸ਼ਾ ਲੈ ਕੇ ਆਉਂਦੀ ਆ ਕਿ ਭੈਣਾਂ ਭਰਾਵਾਂ, ਪਿਓ ਧੀ ਜਾਂ ਬਾਕੀ ਸਾਡਾ ਜਿਹੜਾ ਸਮਾਜ ਆ, ਹਾਂਜੀ, ਉਦੋਂ ਆਪਾਂ ਨੇ ਵਿਹਦੇ ਹੀ ਆਏ ਆ ਵੀ ਜਦੋਂ ਨਾਨਕੇ ਜਾਣਾ ਆਖਣਾ ਸਾਰੇ ਪਿੰਡ ਦਾ ਦੋਹਤਾ ਏ। ਬਿਲਕੁਲ, ਹਾਂਜੀ, ਮਾਣ ਹੁੰਦਾ ਸੀ ਇਸ ਗੱਲ, ਮਾਣ ਇਹਨਾਂ ਹੁੰਦਾ ਸੀ। ਤੇ ਜੇ ਪਿੰਡ 'ਚ ਜਿਹਨੂੰ ਮਰਜ਼ੀ ਤਾਇਆ ਕਹਿ ਦੋ, ਜਿਹਨੂੰ ਮਰਜ਼ੀ ਚਾਚਾ ਕਹਿ ਦੋ, ਸਾਰੇ ਤਾਏ ਚਾਚੇ ਹੁੰਦੇ ਸੀ ਪਿੰਡ ਦੇ ਵਿੱਚ। ਹਾਂਜੀ, ਉਹ ਭਾਈਚਾਰਾ ਸਾਨੂੰ ਦੁਬਾਰਾ ਜਿਹੜਾ ਨਾ ਉਸ ਦੀ ਉਸਾਰਨ ਦੀ ਲੋੜ ਆ ਵੀ ਆਪਸੀ ਜਿਹੜਾ ਪ੍ਰੇਮ ਪਿਆਰ ਮੁਹੱਬਤ ਜੇ ਸਮਾਜ ਹੋਊਗਾ ਤੇ ਸਮਾਜ ਤਰੱਕੀ ਹੋਊਗੀ, ਜ਼ਿਆਦਾ ਹੋਊਗੀ। ਸਮਾਜ ਇੱਕ ਉਦਾਹਰਨ ਬਣੂਗਾ ਤੇ ਸਮਾਜ ਇੱਕ ਦੁਨੀਆ ਵਾਸਤੇ ਚਾਨਣ ਬਣਾਉਣ ਦਾ ਕੰਮ ਕਰੂਗਾ ਵੀ ਇਹਨਾਂ ਦੇ ਵਿੱਚ ਇਹ ਛੋਟੇ ਛੋਟੇ ਜਿਹੜੇ ਤਿਉਹਾਰ ਆ, ਇਹ ਇਹਨਾਂ ਦੀ ਕਿੰਨੀ ਮਹੱਤਤਾ ਵਾ, ਇਹਨਾਂ ਦੀ ਕਿੰਨੀ ਇੰਪੋਰਟੈਂਸ ਆ। ਤੇ ਇਹ ਦੁਨੀਆ ਵੀ ਇਹਨਾਂ ਦੀ, ਜਿਸ ਤਰ੍ਹਾਂ ਹੁਣ ਆਪਾਂ ਸੁਣਿਆ ਹੈ ਨਾ ਪਿੱਛੇ ਜੇ ਵੀ 4-5 ਮੁੰਡੇ ਰੂਸ ਦੇਸ਼ ਦੇ ਆਏ ਸੀ ਤੇ ਸ਼ਾਇਦ ਤੁਰਕਮਨਿਸਤਾਨ ਦੇ ਕਿ ਕਜ਼ਾਕਿਸਤਾਨ ਦੇ ਸੀ ਸ਼ਾਇਦ। ਹਾਂਜੀ, ਉਹ ਸਿੱਖ ਧਰਮ ਤੇ ਨਾ ਪ੍ਰਭਾਵਿਤ ਹੋ ਕੇ ਸਾਰੇ ਸਿੰਘ ਛੱਡ ਗਏ। ਜੀ ਬਿਲਕੁਲ, ਹਾਂਜੀ, ਇਸ ਕਰਕੇ ਸਾਡੀਆਂ ਰਵਾਇਤਾਂ ਹੀ ਆ ਨਾ ਜਿਹੜੀਆਂ ਕਿ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਨ ਡਈਆਂ। ਤੇ ਇਹ ਰਵਾਇਤਾਂ ਜਿਹੜੀਆਂ ਵਾ
ਬੜੀਆਂ ਸਜੀਵ ਰਵਾਇਤਾਂ ਵਾ ਤੇ ਇਹਨਾਂ ਨੂੰ ਆਪਾਂ ਨੂੰ ਗਾਂਹ ਤੋਰਨਾ ਚਾਹੀਦਾ ਵਾ ਤੇ ਕਿਸੇ ਕਿਸਮ ਦੀ ਇਹੋ ਜਿਹੇ ਵਿਵਾਦ ਛੇੜ ਕੇ ਇਹਨਾਂ ਨੂੰ ਪਛਾਣ ਨਹੀਂ ਆਪਾਂ ਨੂੰ ਖੜਨਾ ਚਾਹੀਦਾ। ਬਲਕਿ ਇਹ ਜਿਹੜੀ ਦੁਨੀਆ ਵਾ ਕਿੰਨਾ ਚਿਰ ਕਿਸੇ ਨੇ ਰਹਿਣਾ ਤੇ ਜਿੰਨੇ ਚਿਰ ਜ਼ਿੰਦਗੀ ਰੱਬ ਨੇ ਦਿੱਤੀ ਆ ਇਹ ਬੰਦਾ ਖੁਸ਼ੀ ਨਾਲ ਹਾਂਜੀ ਪਿਆਰ ਨਾਲ ਮੁਹੱਬਤ ਨਾਲ ਇੱਕ ਦੂਜੇ ਨਾਲ ਹੱਸ ਕੇ ਮਿਲੇ। ਬਿਲਕੁਲ। ਅੱਛਾ ਵੈਸੇ ਵੀ ਜੀ ਅੱਜ ਕੱਲ ਸੋਚਿਆ ਜਾਵੇ ਤੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਕਿੰਨਾ ਕੁ ਟਾਈਮ ਰਹਿ ਗਿਆ ਕਿਸੇ ਕੋਲੇ ਭੈਣ ਭਰਾ ਆਪਸ ਵਿੱਚ ਉਹ ਜਿਹੜੇ ਆ ਵਰਤਦੇ ਸਗੋਂ ਇਸ ਤਰ੍ਹਾਂ ਦੇ ਜਿਹੜੇ ਤਿਉਹਾਰ ਮੈਂ ਮੰਨਦਾ ਹੈਗਾ ਕਿ ਇੱਕ ਸਾਨੂੰ ਨੇੜੇ ਲਿਆਉਣ ਦਾ ਇੱਕ ਬਹਾਨਾ ਹੈ। ਬਹਾਨਾ ਵਾ, ਇਹ ਗੱਲ ਬਿਲਕੁਲ ਠੀਕ ਤੇ ਹੈ। ਪਹਿਲਾਂ ਵੀ ਬਹਾਨਾ ਸੀਗਾ। ਪਹਿਲਾਂ ਜਿਵੇਂ ਜੇਕਰ ਤੁਸੀਂ ਕੀਤਾ ਹੈਗਾ ਵੀ ਪਹਿਲਾਂ ਤਾਂ ਰਹਿੰਦਾ ਹੀ ਬੜੀ ਦੂਰ ਦੂਰ ਸੀਗੇ ਤੇ ਪਤਾ ਨਹੀਂ ਕਦੋਂ ਮਿਲਣਾ ਤੇ ਕਦੋਂ ਨਹੀਂ ਮਿਲਣਾ। ਆਵਾਜਾਈ ਦੇ ਸਾਧਨ ਬੜੇ ਘੱਟ ਸੀ। ਹਾਂਜੀ ਬਿਲਕੁਲ। ਨਹੀਂ ਹੁਣ ਵੇਖੋ ਨਾ ਜਿਹੜੇ ਸਾਡੇ ਪੁਰਾਣੇ ਸਮਾਜ ਸ਼ਾਸਤਰੀ ਸੀ ਨਾ ਜੀ ਉਹਨਾਂ ਦੀਆਂ ਜਿਹੜੀ ਅਪਰੋਚ ਸੀ ਮੈਂ ਵੇਖ ਕੇ ਵਾਰੇ ਨਿਆਰੇ ਜਾਈਦਾ ਉਹਨਾਂ ਦੇ ਵੀ ਕਿੱਡੇ ਸਿਆਣੇ ਸੀ ਉਹ। ਜੀ ਹੁਣ ਵੇਖੋ ਉਹਨਾਂ ਦਿਨਾਂ 'ਚ ਪੱਖੇ ਨਹੀਂ ਸੀ ਹੁੰਦੇ, ਜੀ ਏਸੀ ਨਹੀਂ ਸੀ ਹੁੰਦੇ ਤੇ ਘਰ ਵੀ ਕੱਚੇ ਹੁੰਦੇ ਸੀ। ਜਦੋਂ ਘਰ ਕੱਚੇ ਹੁੰਦੇ ਸੀ ਤੇ ਉਦੋਂ ਜਿਹੜੀਆਂ ਕੁੜੀਆਂ ਛੋਟੀਆਂ ਵਿਚਾਰੀਆਂ ਵਿਆਹ ਜਾਂਦੀਆਂ ਸੀ 12-13 ਸਾਲਾਂ ਦੀ ਕੁੜੀ ਵਿਆਹ ਦਿੰਦੇ ਸੀ 15 ਸਾਲਾਂ ਦੀ ਹੱਦ 16 ਸਾਲਾਂ ਦੀ ਤੇ ਕਿੱਡੇ ਲੰਮੇ ਉਹਨਾਂ ਘੁੱਡ ਕੱਢੇ ਹੋਣੇ ਕਿੱਡੇ ਕੱਪੜੇ ਪਾਏ ਹੋਣੇ ਤੇ ਉਦੋਂ ਨੂੰ ਪਿਛਲੀ ਕੋਠੜੀ ਜਾ ਕੇ ਬਹਾਦਰਾਂ ਸਾਡੀ ਨੋਹ ਆਈ ਹੈ। ਜੀ ਹਾਂਜੀ ਉਹ ਕੋਠੜੀਆਂ ਦੇ ਵਿੱਚੋਂ ਜਿਹੜਾ ਸਲਾਬਾ ਨਿਕਲਦਾ ਸੀ ਉਹ ਸਲਾਬੇ ਨਾਲ ਸਾਹ ਘੁੱਟਦਾ ਸੀ। ਹਾਂਜੀ ਇਹ ਸਾਉਣ ਦੇ ਮਹੀਨੇ ਜੀ ਨੂੰ ਉਹ ਉਸ ਸਹੁਰੇ ਪਰਿਵਾਰ ਤੋਂ ਪੇਕੇ ਘਰ ਲਿਆਉਣ ਦਾ ਇੱਕ ਵਹਿਮ ਕਹਿ ਲਓ ਜਾਂ ਬਹਾਨਾ ਕੱਢ ਲਿਆ ਗਿਆ ਕਿ ਜੇ ਸਾਉਣ ਮਹੀਨੇ ਜਿਹੜੀ ਸੱਸ ਆ ਜੇ ਨੋਹ ਦੇ ਮੱਥੇ ਲੱਗੂਗੀ ਤੇ ਸੱਸ ਮਰ ਜਾਊਗੀ। ਇਹ ਸੀ ਕੋਈ ਸ਼ੱਕ ਨਹੀਂ। ਉਹ ਸੱਸਾਂ ਜਿਹੜੀਆਂ ਸੀ ਉਹ ਪਹਿਲਾਂ 10 ਦਿਨ ਪਹਿਲਾਂ ਤੋੜ ਦਿੰਦੀਆਂ ਸੀ ਡਰਦੀਆਂ ਮਾਰੀਆਂ ਤੇ ਕੁੜੀਆਂ ਕੀ ਕਰ ਲੈਂਦੀਆਂ ਸੀ ਪੇਕੇ ਘਰ ਪਹੁੰਚ ਜਾਂਦੀਆਂ ਸੀ ਮਾਂ ਨੂੰ ਪਿਓ ਨੂੰ ਭੈਣ ਨੂੰ ਭਰਾ ਨੂੰ ਮਿਲ ਕੇ ਹੱਸ ਕੇ ਨੱਚ ਕੇ ਟੱਪ ਕੇ ਉਹ ਜਿਹੜੀ ਆਜ਼ਾਦੀ ਮਿਲਦੀ ਪੇਕੇ ਜਾ ਕੇ ਕਿ ਪਿੱਪਲਾਂ ਤੇ ਪੀਂਘਾਂ ਝੂਟਣੀਆਂ ਹਾਂਜੀ ਫਿਰ ਕਿਕਲੀਆਂ ਪਾਉਣੀਆਂ ਕੁੜੀਆਂ ਸਾਰੀਆਂ ਮਿਲ ਕੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰ ਲੈਣੇ। ਇਹ ਜਿਹੜੀਆਂ ਗੱਲਾਂ ਬਣੀਆਂ ਵਾ ਇਹਨਾਂ ਨੂੰ ਆਪਾਂ ਵਹਿਮ ਨਹੀਂ ਕਹਿ ਸਕਦੇ। ਇਹ ਸਮਾਜਿਕ ਲੋੜ ਸੀ ਉਸ ਸਮੇਂ ਦੀ ਕਿਉਂਕਿ ਲੋਕ ਜਿਹੜੇ ਸੀ ਪੜ੍ਹੇ ਲਿਖੇ ਨਹੀਂ ਸੀ ਦਲੀਲ ਨਾਲ ਸਮਝਦੇ ਨਹੀਂ ਸੀ। ਉਦੋਂ ਲੋਕਾਂ ਨੂੰ ਸਮਝਾਉਣ ਦੇ ਸਿਰਫ ਦੋ ਤਰੀਕੇ ਸੀ ਜਾਂ ਡਰ ਜਾਂ ਲਾਲਚ ਜਾਂ ਕਿਸੇ ਗੱਲ ਪਿੱਛੇ ਲਾਲਚ ਪਾਇਆ ਹੁੰਦਾ ਵੀ ਆਹ ਕੰਮ ਕਰੋਗੇ ਤੁਹਾਡਾ ਆਹ ਫਾਇਦਾ ਹੋਊਗਾ ਤੇ ਜਾਂ ਡਰ ਪਾਇਆ ਹੁੰਦਾ ਵੀ ਜੇ ਆਹ ਕੰਮ ਕੀਤਾ ਤੁਹਾਡਾ ਨੁਕਸਾਨ ਹੋਊਗਾ। ਇਸ ਕਰਕੇ ਇਹ ਜਿਹੜਾ ਧੀਆਂ ਦਾ ਤਿਉਹਾਰ ਆ ਤੇ ਮੇਰਾ ਖਿਆਲ ਸ਼ਾਇਦ ਸਾਉਣ ਦੇ ਮਹੀਨੇ ਇਸੇ ਕਰਕੇ ਹੀ ਉਹਨਾਂ ਨੇ ਫਿਰ ਨਾਲ ਰੱਖੜੀ ਦਾ ਇਹ ਕਰ ਦਿੱਤਾ ਵੀ ਹੁਣ ਕੁੜੀ ਪੇਕੇ ਆਊਗੀ ਜਾਂ ਹਰ ਸਾਲ ਇੱਥੇ ਆ ਜਾ ਕਰੇ ਇਹ ਸਿਆਣੇ ਬਹਾਨੇ ਸਾਨੂੰ ਮਿਲ ਜਾ ਕਰੇ। ਉਦੋਂ ਆਵਾਜਾਈ ਦੇ ਸਾਧਨ ਘੱਟ ਸੀ ਰਾਹ ਰਸਤੇ ਵੀ ਨਹੀਂ ਬਹੁਤੇ ਹੁੰਦੇ ਕੱਚੇ ਰਾਹ ਹੁੰਦੇ ਸੀ ਤੇ ਨਾ ਹੀ ਕਿਸੇ ਕੋਲ ਟਾਈਮ ਹੁੰਦਾ ਸੀ ਵੈਸੇ ਹਾਂਜੀ। ਤੇ ਹੁਣ ਤੇ ਚਲੋ ਬੜਾ ਸਮਝ ਲਓ ਆਪਾਂ ਸਤਯੁਗ 'ਚ ਰਹਿਣ ਦੇ ਬੜੀ ਸੋਹਣੇ ਆਪਣੇ ਕੋਲ ਸਾਧਨ ਆ ਹਾਂਜੀ। ਤੇ ਆਪਾਂ ਨੂੰ ਆਪਣਾ ਮਨ ਵੀ ਜਿਹੜਾ ਵਾ ਉਹਨਾਂ ਹੀ ਖੁਸ਼ਹਾਲ ਕਰਨਾ ਚਾਹੀਦਾ ਵਾ ਜਿੰਨੀ ਸਾਡੇ ਚਾਰੇ ਪਾਸੇ ਖੁਸ਼ਹਾਲੀ ਆ। ਆਪਣੀ ਸੋਚ ਜਿਹੜੀ ਆ ਇਸ ਨੂੰ ਵੀ ਸਾਨੂੰ ਖੁੱਲ੍ਹਿਆ ਕਰਨਾ ਚਾਹੀਦਾ ਵਾ ਓਪਨ ਕਰਨਾ ਚਾਹੀਦਾ ਵਾ। ਇਹੋ ਜਿਹੀਆਂ ਛੋਟੀਆਂ ਮੋਟੀਆਂ ਜਿਹੜੀਆਂ ਵਾ ਉਲਝਣਾ ਇਹਨਾਂ 'ਚ ਪੈ ਕੇ ਸਾਨੂੰ ਮਨੁੱਖਤਾ ਦਾ ਜਿਹੜਾ ਪਿਆਰ ਭੈਣ ਭਰਾ ਦਾ ਪਿਆਰ ਆ ਇਸ ਵਿੱਚ ਕੋਈ ਰੁਕਾਵਟ ਨਹੀਂ ਖੜੀ ਕਰਨੀ ਚਾਹੀਦੀ। ਬਿਲਕੁਲ ਬਿਲਕੁਲ ਬਾਕੀ ਅਨਕੀ ਸਾਹਿਬ ਬਹੁਤ ਵਧੀਆ ਗੱਲਬਾਤ ਆਪਣੀ ਹੋਈ ਇਸ ਮੁੱਦੇ ਦੇ ਉੱਤੇ ਕਿਉਂਕਿ ਇਹ ਜਿਹੜੇ ਸਮਾਜਿਕ ਸਰੋਕਾਰ ਜਿਹੜੇ ਸਮਾਜਿਕ ਤਿਉਹਾਰ ਸੀਗੇ ਇਹਨਾਂ ਵਿੱਚ ਜਿਹੜੀ ਸਭ ਸਾਂਝੀਵਾਲਤਾ ਸਾਡੇ ਆਪਸ ਵਿੱਚ ਜਿਹੜੇ ਹੈਗੇ ਆ ਮਿਲਣ ਵਰਤਨ ਜਿਹੜਾ ਹੈਗਾ ਉਹ ਵੀ ਵੱਧਦਾ ਹੈਗਾ। ਸੋ ਉਹ ਸੌੜੀ ਸੋਚ ਤੋਂ ਉੱਪਰ ਉੱਠ ਕੇ ਸਾਨੂੰ ਜਿਹੜਾ ਹੈਗਾ ਇਹਨਾਂ ਸਾਂਝਾਂ ਨੂੰ ਵਧਾਉਣਾ ਚਾਹੀਦਾ ਹੈਗਾ। ਵਿਰਾਸਤ ਦੀ ਗੱਲ ਕਰ ਲਈਏ ਤਾਂ ਪੰਜਾਬ ਦੀ ਇਹ ਵਿਰਾਸਤ ਹੀ ਹੈ ਇੱਕ ਤਰੀਕੇ ਦੀ ਕਹਿ ਸਕਦੇ ਹਾਂ ਕਿ ਜੇ ਇਸ ਤਰ੍ਹਾਂ ਦੇ ਤਿਉਹਾਰ ਪੰਜਾਬ ਦੇ ਵਿੱਚ ਮੁੱਕ ਗਏ ਤੇ ਜਿਹੜੀ ਕੋਈ ਸਾਂਝਾਂ ਦੀ ਗੱਲ ਹੈਗੀ ਉਹ ਵੀ ਖਤਮ ਹੋ ਜਾਊਗੀ। ਸੋ ਬਹੁਤ ਵਧੀਆ ਰਿਹਾ ਅੱਜ ਦਾ ਮੁੱਦਾ ਤੇ ਤੁਹਾਨੂੰ ਕਿਸ ਤਰੀਕੇ ਲੱਗਿਆ ਅੱਜ ਦਾ ਇਹ ਸਪੈਸ਼ਲ ਪ੍ਰੋਗਰਾਮ ਜੋ ਰੱਖੜੀ ਦੇ ਸੰਬੰਧ ਵਿੱਚ ਸੀਗਾ। ਉਮੀਦ ਕਰਦਾ ਹੈਗਾ ਕਿ ਪਸੰਦ ਆਵੇਗਾ ਔਰ ਸੋਚਣਾ ਪਊਗਾ ਕਿ ਇਸ ਤਰ੍ਹਾਂ ਦੇ ਜਿਹੜੇ ਤਿਉਹਾਰ ਹੈਗੇ ਆ ਸਾਨੂੰ ਆਪਣੀ ਸੋਚ ਮੁਤਾਬਕ ਕਿੱਥੇ ਲੈ ਕੇ ਖੜੇ ਹੈਗੇ ਆ ਕਿ ਉਹਦੇ ਉੱਤੇ ਸੰਕੀਰਣ ਸੋਚ ਰੱਖਣੀ ਚਾਹੀਦੀ ਆ ਕਿ ਖੁੱਲ੍ਹ ਕੇ ਜਿਹੜਾ ਹੈਗਾ ਆ ਅਸੀਂ ਇਹਨਾਂ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈਗਾ। ਸੋ ਇਸ ਉਮੀਦ ਨਾਲ ਅਗਲੀ ਵਾਰੀ ਕੋਈ ਹੋਰ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੈਂ ਔਰ ਅਣਖੀ ਸਾਹਿਬ ਇੱਥੇ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ ਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।